प्रोग्राम सजरी सवेर दे श्रोतिਆਂ ਨੂੰ ਮੇਰੇ ਵੱਲੋਂ यानी कि राजीव अरोड़ा ਵੱਲੋਂ बहुत ही प्यार ਤੇ सत्कार भरी सत श्री अकाल, नमस्कार, आदाब और गुड मॉर्निंग। श्रोतियों, ਅੱਜ यानी कि 11 जुलाई ਦੇ ਲਈ ਅਸੀਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀਗਾ। ਉਹ ਵਾਅਦਾ ਸਿਰਫ ਮੇਰਾ ਨਹੀਂ ਸੀਗਾ ਜੀ, ਸਾਡੇ ਹਲਕੇ ਦੇ ਵਿਧਾਨ ਸਭਾ ਦੇ ਵਿੱਚ ਪ੍ਰਤੀਨਿਧੀ ਸਰਦਾਰ ਜਗਰੂਪ ਸਿੰਘ ਗਿੱਲ ਹੋਰਾਂ ਦਾ ਵੀ ਸੀ ਕਿ ਅੱਜ ਉਹਨਾਂ ਨੇ ਆਕਾਸ਼ਵਾਣੀ FM ਬਠਿੰਡਾ ਦੇ ਮਾਈਕ ਦੇ ਜ਼ਰੀਏ ਤੁਹਾਡੇ ਹੋਣਾ ਜੀ ਰੂਬਰੂ ਔਰ ਤੁਹਾਡੀਆਂ ਸੁਣਨੀਆਂ ਸ਼ਿਕਾਇਤਾਂ ਔਰ ਜਿਹੜੀ ਇਹ ਬਜਟ ਦੇ ਦੌਰਾਨ ਬਾਰੀ ਬਰਸੀ ਖੱਟਣ ਗਏ ਸੀ ਉੱਥੋਂ ਕੀ ਖੱਟ ਕੇ ਲਿਆਂਦੇ ਆ, ਅੱਜ ਉਹਦਾ ਵੀ ਅਸੀਂ ਖੁਲਾਸਾ ਹੈ ਜਿਹੜਾ ਇਸ ਮੰਚ ਤੋਂ ਕਰਨ ਜਾ ਰਹੇ ਹਾਂ ਕਿ ਬਠਿੰਡਾ ਦੇ ਵਿਕਾਸ ਲਈ ਮੌਜੂਦਾ ਸਾਡੇ ਜਿਹੜੇ ਵਿਧਾਇਕ ਹੈ ਸਰਦਾਰ ਜਗਰੂਪ ਸਿੰਘ ਗਿੱਲ, ਉਹਨਾਂ ਨੇ ਮੁੱਖ ਮੰਤਰੀ ਸਾਹਿਬ ਤੋਂ ਕਿਹੜੀਆਂ-ਕਿਹੜੀਆਂ ਗੱਲਾਂ ਮਨਵਾਈਆਂ ਤਾਂ ਕਿ ਇਸ ਇਲਾਕੇ ਦਾ ਦਿਨ ਦੁਗਣਾ ਰਾਤ ਚੌਗਣਾ ਵਿਕਾਸ ਹੈ ਜਿਹੜਾ ਉਹ ਹੋ ਸਕੇ। आकाशवाणी FM बठिंडा FM बैंड 101.1 मेगाहर्ट्ज से तुसी सुन रहे हो प्रोग्राम सजरी सवेर। जी श्रोतियों, प्रोग्राम सजरी सवेर जारी है और स्टूडियो की घड़ी ते समा हो चुका है जी 7:08 ते 55 दा ते जिवें कि तुहाडे नाल वादा कीता सी कि स्टूडियो दे विच अज मौजूद होणगे जी विधान सभा हलका बठिंडा शहरी तो यानी कि साडे ही अपने हलके तो MLA सरदार जगरूप सिंह गिल जी और अपने बहुत ही ਵੱਡੇ ਰੁਝੇਵਿਆਂ ਚੋਂ ਅੱਜ ਸਮਾਂ ਕੱਢ ਕੇ ਉਹ ਆਏ ਔਰ ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹੂੰਗਾ ਕਿ ਸਰਦਾਰ ਗਿੱਲ ਕਿਸੇ ਮੀਟਿੰਗ ਦੇ ਸਿਲਸਿਲੇ ਦੇ ਵਿੱਚ ਚੰਡੀਗੜ੍ਹ ਗਏ ਹੋਏ ਸੀ ਕੱਲ ਔਰ ਅੱਜ ਉਹਨਾਂ ਨੇ ਸ਼ਾਇਦ ਬਾਅਦ ਦੁਪਹਿਰ ਬਠਿੰਡਾ ਪਹੁੰਚਣਾ ਸੀ, ਪਰ ਕਿਉਂਕਿ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਨਾਲ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਉਹ ਉਹਨਾਂ ਦੇ ਰੂਬਰੂ ਹੋਣਗੇ ਅੱਜ ਸੋਮਵਾਰ ਨੂੰ ਸਵੇਰੇ ਪ੍ਰੋਗਰਾਮ ਸਜਰੀ ਸਵੇਰ ਦੌਰਾਨ ਤੇ ਦੇਰ ਰਾਤ ਨੂੰ ਉਹ ਇੱਥੇ ਪਹੁੰਚਣਾ ਉਹਨਾਂ ਨੇ ਯਕੀਨੀ ਬਣਾਇਆ ਔਰ ਅੱਜ ਸਟੂਡੀਓ ਦੇ ਵਿੱਚ ਮੌਜੂਦ ਹੈ। ਹੁਣ ਤੋਂ ਕੁਝ ਹੀ ਸਮੇਂ ਬਾਅਦ यानी कि 15-20 मिनट बाद ਅਸੀਂ ਜਿਹੜੀ ਟੈਲੀਫੋਨ ਲਾਈਨ ਹੈ ਉਹ ਤੁਹਾਡੇ ਲਈ ਖੋਲਾਂਗੇ ਇਲਾਕੇ ਦੇ ਸਰੋਤਿਆਂ ਲਈ, ਪਰ ਉਸ ਤੋਂ ਪਹਿਲਾਂ ਗਿੱਲ ਸਾਹਿਬ ਨਾਲ ਕੁਝ ਸੰਵਾਦ ਕਰ ਲਈਏ। ਸੋ ਸਰਦਾਰ ਜਗਰੂਪ ਸਿੰਘ ਗਿੱਲ ਜੀ ਆਕਾਸ਼ਵਾਣੀ FM ਬਠਿੰਡਾ ਦੇ ਸਟੂਡੀਓ 'ਚ ਆਪ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰ ਅਰੋੜਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਔਰ ਤੁਹਾਡੇ ਸਟੂਡੀਓ ਦੇ ਵਿੱਚ ਮੇਰੇ ਆਪਣੇ ਵਿਚਾਰ ਹਲਕੇ ਦੇ ਕੰਮਾਂ ਦੇ ਲਈ ਮੈਥੋਂ ਕੁਐਸਚਨ ਕਰਨ ਦੀ ਜਿਹੜੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਵਿਧਾਇਕ ਦੀ ਕਿ ਜਵਾਬਦੇਹ ਹੋਵੇ, ਜਨਤਾ ਪ੍ਰਤੀ ਮੈਨੂੰ ਬੁਲਾਇਆ, ਮੈਂ ਤੁਹਾਡਾ ਧੰਨਵਾਦ ਕਰਦਾ। FM ਰੇਡੀਓ ਦਾ ਧੰਨਵਾਦ ਜੀ। ਜੀ ਸਾਡੇ तमाम ਸਰੋਤਿਆਂ ਵੱਲੋਂ ਸਾਡੀ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਗੱਲ ਇਹ ਹੈ ਕਿ ਬੇਸ਼ੱਕ ਸੋਸ਼ਲ ਮੀਡੀਆ ਦੇ ਉੱਤੇ ਤਾਂ ਬਹੁਤ ਸਾਰੇ ਧੰਨਵਾਦ ਦੇ ਸੁਨੇਹੇ ਹੈ ਜਿਹੜੇ ਉਹ ਸਾਡੇ ਕੋਲੇ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਗਏ ਸੀ ਕਿ ਬਠਿੰਡੇ ਦੀਆਂ ਜਿਹੜੀਆਂ ਦੋ ਮੰਗਾਂ ਸੀ ਜਿਹੜੀਆਂ ਪ੍ਰਮੁੱਖ ਤੌਰ ਤੇ ਪਿਛਲੇ ਕਈ ਸਾਲਾਂ ਤੋਂ ਲਟਕੀਆਂ ਹੋਈਆਂ ਸੀ ਤੇ ਤੁਸੀਂ ਪਿਛਲੀ ਵਾਰੀ ਜਦੋਂ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਦੇ ਨਾਲ ਇੱਕ ਸੰਖੇਪ ਜੀ ਵਾਰਤਾ ਵੀ ਕੀਤੀ ਸੀ, ਉਦੋਂ ਵੀ ਤੁਸੀਂ ਇਹ ਦੱਸਿਆ ਸੀਗਾ ਕਿ ਸਭ ਤੋਂ ਵੱਡੇ ਮੁੱਦੇ ਹੈਗੇ ਆ ਬਠਿੰਡਾ ਦੇ ਵਿੱਚ ਵੱਧ ਰਿਹਾ ਟ੍ਰੈਫਿਕ ਤੇ ਉਹਦੇ ਵਿੱਚ ਆਵਾਜਾਈ 'ਚ ਹੋਣ ਵਾਲਾ ਵਿਘਨ, ਜਿਵੇਂ ਕਿ ਮੁਲਤਾਨੀਆ ਪੁਲ ਦੀ ਤੁਸੀਂ ਗੱਲ ਕੀਤੀ ਸੀ ਕਿ ਉਹਦੇ ਲਈ ਤੁਸੀਂ ਬਜਟ ਲੈ ਕੇ ਆਓਗੇ ਔਰ ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਪੁਲ ਦੀ ਵੀ ਇੱਥੇ ਗੱਲ ਕੀਤੀ ਸੀ ਤੇ ਵਾਅਦਾ ਵੀ ਕੀਤਾ ਸੀ ਇਲਾਕਾ ਨਿਵਾਸੀਆਂ ਨਾਲ ਕਿ ਉਹ ਪੁਲ ਦਾ ਨਿਰਮਾਣ ਵੀ ਜਲਦੀ ਸ਼ੁਰੂ ਹੋਊਗਾ। ਹੁਣ ਇਹ ਜਿਹੜੇ ਦੋ ਪੁਲਾਂ ਦੀ ਗੱਲ ਸੀਗੀ ਉਹਦੇ ਬਾਰੇ ਮੈਂ ਚਾਹੂੰਗਾ ਸਭ ਤੋਂ ਪਹਿਲਾਂ ਤਾਂ ਉਸ ਦਾ ਜੋ ਖੁਲਾਸਾ ਹੈ ਉਸ ਦੇ ਬਾਰੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ, ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਖਜ਼ਾਨਾ ਮੰਤਰੀ ਸਾਹਿਬ ਨੇ ਵੀ ਆਪਣੇ ਭਾਸ਼ਣ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਸੀ। ਜੀ ਅਰੋੜਾ ਸਾਹਿਬ, ਜਦੋਂ ਮੈਂ ਪੰਜਾਬ ਵਿਧਾਨ ਸਭਾ ਦਾ ਬਠਿੰਡਾ ਅਸੈਂਬਲੀ ਤੋਂ ਕੈਂਡੀਡੇਟ ਬਣਿਆ, ਕਿਉਂਕਿ ਮੈਂ ਲੰਮਾ ਸਮਾਂ ਇੱਥੇ ਲੋਕਲ ਰਾਜਨੀਤੀ ਦੇ ਵਿੱਚ ਰਿਹਾ, ਮੈਨੂੰ ਪਤਾ ਹੈ ਕਿ ਬਠਿੰਡੇ ਦੇ ਵਿੱਚ ਕਿਹੜੇ ਮੁਸ਼ਕਲਾਂ ਨੇ, ਕਿਹੜੀਆਂ ਇਹਨਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਮੁਲਤਾਨੀਆ ਪੁਲ ਜਿਹੜਾ ਹੈ ਇਹ 1992 ਦੇ ਵਿੱਚ ਸੈਂਡ ਫਿਲ ਨਾਲ ਬਣਿਆ ਸੀ। ਪਿਛਲੇ ਲੰਮੇ ਸਮੇਂ ਤੋਂ ਕਿਉਂਕਿ ਮਿੱਟੀ ਸੀ ਇਸ ਦੇ ਵਿੱਚ ਖੱਡਾਂ ਪੈ ਕੇ ਪਾਣੀ ਪੈ ਕੇ ਹਰ ਵਾਰ ਇਹ ਜਿਹੜਾ ਮਿੱਟੀ ਹੈ ਥੱਲੇ ਬੈਠ ਜਾਂਦੀ ਹੈ, 3-4 ਵਾਰ ਪੁਲ ਬੈਠਿਆ ਔਰ ਬਾਰਿਸ਼ਾਂ ਦੇ ਵਿੱਚ ਪ੍ਰਸ਼ਾਸਨ ਨੂੰ ਇਹ ਪੁਲ ਬੰਦ ਕਰਨਾ ਪਿਆ। ਮੇਰੀ ਇਸ ਤੇ ਇੱਕ ਪਹਿਲ ਸੀ ਕਿ ਇਸ ਪੁਲ ਨੂੰ ਪਿਲਰ ਤੇ ਬਣਾਇਆ ਜਾਵੇ ਤਾਂ ਕਿ ਸ਼ਹਿਰ ਦੀਆਂ ਜਿਹੜੀਆਂ ਰੇਹੜੀਆਂ ਜਾਂ ਕੋਈ ਟਰਾਂਸਪੋਰਟ ਜਿਹੜੀ ਹੈਗੀ ਹੈ ਟੈਕਸੀਆਂ ਵਗੈਰਾ ਉਹਨਾਂ ਨੂੰ ਟ੍ਰੈਫਿਕ ਵੀ ਸ਼ਹਿਰ ਚੋਂ ਕੱਢ ਕੇ ਇੱਥੇ ਥੱਲੇ ਲਿਆਂਦਾ ਜਾਵੇ। ਮੈਂ ਲਗਾਤਾਰ ਆਪਣੇ ਯਤਨਾਂ ਨਾਲ, ਜਿਹਦੇ ਵਿੱਚ ਭਾਵੇਂ ਮੈਂ ਲੋਕਲ ਪ੍ਰਸ਼ਾਸਨ ਤੋਂ ਜੋ ਕੁਝ ਕਾਗਜ਼ ਪੱਤਰ ਲੈ ਕੇ ਜਾਂਦੇ ਸੀ ਜਾਂ ਸੈਕਟਰੀਏਟ ਦੇ ਵਿੱਚ ਸੈਕਟਰੀਆਂ ਨਾਲ ਸੀ, ਮੈਂ 1 to 1 ਟੇਬਲ ਟੂ ਟੇਬਲ ਜਾ ਕੇ 3 ਮਹੀਨਿਆਂ 'ਚ ਬਜਟ ਤੋਂ ਪਹਿਲਾਂ
ਇਹ ਜਿਹੜਾ ਪੁਲ ਹੈ ਇਹ ਬਜਟਰੀ ਪ੍ਰੋਵੀਜ਼ਨ ਦੇ ਵਿੱਚ ਪਾ ਕੇ ਇਸ ਬਜਟ ਦੇ ਵਿੱਚ ਪਾਸ ਕਰਾਇਆ, ਜਿਹੜਾ ਪਿਛਲੇ ਲੰਮੇ ਸਮੇਂ ਦੇ ਇਤਿਹਾਸ 'ਚ ਅਗਰ ਤੁਸੀਂ ਨਜ਼ਰ ਮਾਰੋਗੇ ਕਿ ਪੁਲ ਬਾਅਦ 'ਚ ਕੋਈ ਬਣਿਆ ਹੋ ਸਕਦਾ ਹੈ, ਪਰ ਬਜਟਰੀ ਪ੍ਰੋਵੀਜ਼ਨ ਦੇ ਵਿੱਚ ਕਦੇ ਕੋਈ ਪੁਲ ਨਹੀਂ ਪਾਇਆ, ਜਿਹੜਾ ਹੁਣ ਕਨਫਰਮ ਹੈ। ਸਪੈਸਿਫਿਕ ਪੁਲ ਦੇ ਬਾਰੇ ਦੂਜਾ ਪੁਲ ਸੀ ਜਨਤਾ ਨਗਰ ਦਾ ਪੁਲ, ਜਿਹੜਾ 25-30 ਸਾਲ ਤੋਂ ਹਰ ਐਮਐਲਏ, ਕਿਉਂਕਿ ਮੈਂ ਆਪ ਐਮਐਲਏ ਦੀ ਮਦਦ ਕਰਦਾ ਰਿਹਾ, ਹਰ ਐਮਐਲਏ ਉੱਥੇ ਵਾਅਦਾ ਕਰਕੇ ਆਉਂਦਾ ਸੀ ਔਰ ਲੋਕ ਯਕੀਨ ਕਰਨੋਂ ਹਟ ਗਏ ਸੀ। ਜਿਹੜਾ ਜਨਤਾ ਨਗਰ ਦਾ ਪੁਲ ਹੈ, ਜਿਹੜਾ ਸੰਤਪੁਰਾ ਰੋਡ ਵਾਲੇ ਪਾਸਿਓਂ ਆਉਣਾ ਹੈ, ਗੋਨਿਆਣਾ ਰੋਡ ਵਾਲੇ ਪਾਸਿਓਂ, ਜਨਤਾ ਨਗਰ ਦੋ ਪਾਸਿਓਂ ਘਿਰਿਆ ਹੋਇਆ ਆਬਾਦੀ ਹੈ, ਉਹਨੂੰ ਕੋਈ ਪੁਲ ਨਹੀਂ ਸੀ। ਉੱਥੇ ਓਵਰ ਬ੍ਰਿਜ ਬਣਾਉਣ ਵਾਸਤੇ ਬਜਟਰੀ ਪ੍ਰੋਵੀਜ਼ਨ ਦੇ ਵਿੱਚ 45 ਕਰੋੜ ਰੁਪਏ ਦੀ ਪ੍ਰੋਵੀਜ਼ਨ ਕੀਤੀ ਹੈ, ਜਿੱਥੇ 36 ਕਰੋੜ ਦੀ ਮਲਤਾਨੀਆ ਪੁਲ ਔਰ 45 ਕਰੋੜ ਦੀ ਜਨਤਾ ਨਗਰ ਦੇ ਪੁਲ ਵਾਸਤੇ ਪ੍ਰੋਵੀਜ਼ਨ ਬਜਟ ਦੇ ਵਿੱਚ ਕੀਤੀ ਹੈ। ਔਰ ਜਲਦੀ ਦੋਨੇ ਪੁਲਾਂ ਦੀ ਜਿਹੜੀ ਤਮੀਰ ਹੈ ਤੁਸੀਂ ਦੇਖੋਗੇ ਬਠਿੰਡਾ ਵਾਸੀਆਂ ਨੂੰ ਬਣਦੀ ਔਰ ਤਮੀਰ ਹੁੰਦੀ ਨਜ਼ਰ ਆਊਗੀ। ਜੀ, ਬਠਿੰਡਾ ਵਾਸੀਆਂ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਮੈਂ ਇਹ ਕਿਹਾ ਸੀਗਾ ਕਿ 15-20 ਮਿੰਟ ਬਾਅਦ ਅਸੀਂ ਆਮ ਸਾਡੇ ਇਲਾਕੇ ਦੇ ਜਿਹੜੇ ਵਸਨੀਕ ਹੈ ਉਹਨਾਂ ਲਈ ਅਸੀਂ ਟੈਲੀਫੋਨ ਲਾਈਨਾਂ ਖੋਲਾਂਗੇ ਔਰ ਚੰਦ ਜਿਹੜੇ ਇਲਾਕੇ ਦੇ ਸਾਡੇ ਪਤਵੰਤੇ ਆ, ਇੱਕ ਪੱਤਰਕਾਰ ਸਾਹਿਬਾਨ ਜਿਨ੍ਹਾਂ ਦੇ ਮਨ 'ਚ ਸਵਾਲ ਸੀਗਾ, ਅਸੀਂ ਉਹਨਾਂ ਨੂੰ ਖੁਦ ਸੰਪਰਕ ਕੀਤਾ ਹੈ। ਇਹ ਨੇ ਜੀ ਸ਼੍ਰੀ ਗੁਰਪ੍ਰੇਮ ਸਿੰਘ ਜੀ ਲਹਿਰੀ, ਜਿਹੜੇ ਕਿ ਦੈਨਿਕ ਜਾਗਰਣ ਅਖਬਾਰ ਦੇ ਨਾਲ ਜੁੜੇ ਹੋਏ ਆ, ਬਿਊਰੋ ਚੀਫ ਹੈ ਜੀ ਬਠਿੰਡਾ ਤੋਂ। ਔਰ ਲਹਿਰੀ ਸਾਹਿਬ ਨੂੰ ਵੀ ਅੱਜ ਸਮਝ ਲਓ ਇੱਕ ਛੋਟੀ ਜੀ ਪ੍ਰੈਸ ਕਾਨਫਰੰਸ ਦਾ ਹਿੱਸਾ ਹੀ ਅਸੀਂ ਇਸ ਪ੍ਰੋਗਰਾਮ ਨੂੰ ਬਣਾ ਲਿਆ। ਸੋ ਲਹਿਰੀ ਸਾਹਿਬ ਨੂੰ ਅਸੀਂ ਸੱਦਾ ਦਿੰਦੇ ਹਾਂ। ਹੈਲੋ ਹਾਂਜੀ, ਗੁੱਡ ਮਾਰਨਿੰਗ ਲਹਿਰੀ ਸਾਹਿਬ। ਵੈਰੀ ਗੁੱਡ ਮਾਰਨਿੰਗ ਜੀ ਅਰੋੜਾ ਸਾਹਿਬ ਜੀ। ਗੁਰਪ੍ਰੇਮ ਲਹਿਰੀ ਜੀ, ਜਿਵੇਂ ਕਿ ਤੁਸੀਂ ਵਾਕਫ ਹੋ ਕਿ ਇਸ ਵੇਲੇ ਸਰਦਾਰ ਜਗਰੂਪ ਸਿੰਘ ਗਿੱਲ ਜੀ ਸਟੂਡੀਓ 'ਚ ਸਾਡੇ ਨਾਲ ਮੌਜੂਦ ਹੈ ਔਰ ਜਿਹੜਾ ਕੋਈ ਸਵਾਲ ਤੁਹਾਡੇ ਜ਼ਿਹਨ 'ਚ ਹੈਗਾ ਤਾਂ ਤੁਸੀਂ ਅੱਜ ਉਹ ਵੀ ਪੁੱਛ ਸਕਦੇ ਹੋ। ਬਿਲਕੁਲ ਜੀ, ਬਿਲਕੁਲ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਲਹਿਰੀ ਸਾਹਿਬ, ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ। ਹਾਂਜੀ, ਮਿਹਰਬਾਨੀ ਜੀ, ਮਿਹਰਬਾਨੀ। ਗਿੱਲ ਸਾਹਿਬ, ਇੱਕ ਇਹ ਸੀਗਾ ਕਿ ਜਿਵੇਂ ਆਮ ਆਦਮੀ ਪਾਰਟੀ ਹੈਗੀ ਆ, ਇਹ ਸੱਤਾ 'ਚ ਆਈ ਸੀ ਬਦਲਾਅ ਦੇ ਨਾਂ ਦੇ ਉੱਤੇ ਜੀ, ਤਾਂ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਹੋਰਡਿੰਗ ਪਹਿਲਾਂ ਵੀ ਲੱਗਦੇ ਰਹੇ ਤੇ ਹੁਣ ਵੀ ਲੱਗੇ ਹੋਏ ਨੇ ਜੀ। ਉਦੋਂ ਭਗਵੰਤ ਸਿੰਘ ਮਾਨ ਜਿਹੜੇ ਸੀਗੇ ਆਪਣੇ ਸੀਐਮ ਸਾਹਿਬ, ਉਹ ਟਿੱਪਣੀ ਕਰਦੇ ਹੁੰਦੇ ਸੀ ਦੋਸ਼ੀਆਂ ਸਰਕਾਰਾਂ ਦੇ ਉੱਤੇ ਕਿ ਜੇ ਤੁਸੀਂ ਵਿਕਾਸ ਦੇ ਕੰਮ ਕੀਤੇ ਹੁੰਦੇ ਤਾਂ ਤੁਹਾਨੂੰ ਹੋਰਡਿੰਗ ਲਾਉਣ ਦੀ ਲੋੜ ਨਹੀਂ ਪੈਣੀ ਸੀਗੀ ਜੀ, ਤੇ ਤੁਹਾਡੇ ਕੰਮ ਬੋਲਣੇ ਸੀ ਜੀ। ਪਰ ਹੁਣ ਜਿਹੜਾ ਹੈਗਾ ਤੁਹਾਡੀ ਪਾਰਟੀ ਵੀ ਇਸੇ ਰਾਹ ਦੇ ਉੱਤੇ ਤੁਰੀ ਹੋਈ ਹੈ ਜੀ, ਤਾਂ ਇਹ ਤਾਂ ਕੀ ਕਹਿਣਾ ਚਾਹੁੰਦੇ? ਪੁਰਾਣੀਆਂ ਸਰਕਾਰਾਂ ਤੇ ਸਾਡੀ ਸਰਕਾਰ ਦੇ ਵਿੱਚ ਬਹੁਤ ਵੱਡਾ ਫਰਕ ਹੈ। ਜੇ ਕੋਈ ਹੋਰਡਿੰਗ ਲੱਗੀਆਂ ਵੀ ਹੈ, ਐਡਵਰਟਾਈਜ਼ਮੈਂਟ ਜਾਂ ਲੋਕਾਂ ਨੂੰ ਜਾਣਕਾਰੀ ਦੇਣਾ ਅੱਜ ਇੱਕ ਬਹੁਤ ਵੱਡਾ ਮਹੱਤਵਪੂਰਨ ਹਿੱਸਾ ਹੈ। ਜੇ ਅਸੀਂ ਹੋਰਡਿੰਗਸ ਲਾਈਆਂ ਨੇ ਤੇ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਲੇ ਜਾਂ ਕੀਤੇ ਜਾ ਰਹੇ ਹੈ, ਉਹਨਾਂ ਦੀ ਜਾਣਕਾਰੀ ਦੇਣ ਵਾਸਤੇ ਹੈ, ਜਿਹੜੇ ਕੋਰਸ DPR ਰਿਪਬਲਿਕ ਦਾ ਹਿੱਸਾ ਹੈ ਜੀ। ਔਰ ਇੱਕ ਇਹਦੇ ਵਿੱਚ ਇਹਦੇ ਨਾਲ ਹੀ ਮਿਲਦਾ ਜੁਲਦਾ ਸਵਾਲ ਇਹ ਹੈਗਾ ਜੀ, ਤਾਂ ਜਿਸ ਤਰ੍ਹਾਂ ਕੋਈ ਵੀ ਸਰਕਾਰ ਘੋਸ਼ਣਾ ਕਰਦੀ ਹੈਗੀ ਆ ਤਾਂ ਉਹਦਾ ਸਾਰੇ ਜਿਹੜੇ ਚੈਨਲ ਨੇ ਜਾਂ ਅਖਬਾਰ ਨੇ ਜਾਂ ਸੋਸ਼ਲ ਮੀਡੀਆ ਹੈਗਾ, ਉਹ ਸਾਰਾ ਆਟੋਮੈਟਿਕਲੀ ਕਵਰ ਕਰਦਾ ਕਿਉਂਕਿ ਵੱਡੀ ਸਟੇਟਮੈਂਟ ਹੁੰਦੀ ਹੈਗੀ ਆ ਜੀ। ਪਰ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਨੇ, ਉਹ ਵੀ ਇਕੱਲੇ ਪੰਜਾਬ ਦੇ ਵਿੱਚ ਨਹੀਂ, ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ, ਯੂਪੀ ਬਿਹਾਰ ਤਾਂ ਹੋਰ ਜਿੱਥੇ ਵੀ ਹੈ, ਮਤਲਬ ਯੂਪੀ ਬਿਹਾਰ ਜਾਂ ਜਿਹੜੀਆਂ ਵੀ ਸਟੇਟਾਂ ਦੇ ਵਿੱਚ MP ਦੇ ਵਿੱਚ ਇਹ ਇਸ਼ਤਿਹਾਰ ਲੱਗ ਰਹੇ ਨੇ, ਗੁਜਰਾਤ ਦੇ ਵਿੱਚ ਜਿੱਦਾਂ ਤਾਂ ਹਾਂਜੀ, ਤਾਂ ਉਹ ਗੁਜਰਾਤ ਦੇ ਵਿੱਚ ਵੀ, ਤਾਂ ਉੱਥੇ ਮਤਲਬ ਪੰਜਾਬ ਸਰਕਾਰ ਦਾ ਤਾਂ ਕੋਈ ਉਹਦਾ ਸੰਬੰਧ ਨਹੀਂ ਕਿ ਆਪਾਂ ਗੁਜਰਾਤ ਦੇ ਲੋਕਾਂ ਨੂੰ ਦੱਸੀਏ ਵੀ ਪੰਜਾਬ ਸਰਕਾਰ ਇਹ ਕਰ ਰਹੀ ਹੈ। ਅਸੀਂ ਆਜ਼ਾਦ ਹਿੰਦੁਸਤਾਨ ਦਾ ਹਿੱਸਾ ਲੈ ਰਹੀ ਜੀ। ਜੇ ਕੋਈ ਵੀ ਚੰਗਾ ਕੰਮ ਕਿਸੇ ਸਟੇਟ ਦੇ ਵਿੱਚ ਹੁੰਦਾ ਹੈ, ਅਗਰ ਉਸ ਦੀ ਜਾਗਰੂਕਤਾ ਦੂਜੀਆਂ ਸਟੇਟਾਂ ਦੇ ਵਿੱਚ ਜਾਂਦੀ ਹੈ, ਉੱਥੋਂ ਦੇ ਲੋਕ ਵੀ ਉਸ ਪਾਸੇ ਵੱਲ ਵੱਧਦੇ ਹੈ। ਮੈਂ ਸਮਝਦਾ ਕਿ ਇੱਥੇ ਕਰਪਸ਼ਨ ਬਹੁਤ ਵੱਡਾ ਮੁੱਦਾ ਸੀ। ਪਹਿਲੀ ਵਾਰ ਹੈ ਕਿਸੇ ਹਿੰਦੁਸਤਾਨ ਦੇ ਵਿੱਚ ਕਿਸੇ ਪਾਰਟੀ ਨੇ ਆਪਦੇ ਕੈਬਨਿਟ ਮਿਨਿਸਟਰ ਨੂੰ ਰਿਸ਼ਵਤ ਦੇ ਕੇਸ ਦੇ ਵਿੱਚ ਅੰਦਰ ਕੀਤਾ ਹੋਵੇ। ਜੇ ਉਹਦੇ ਇਸ਼ਤਿਹਾਰ ਗਏ ਹੈ, ਇਹਦੀ ਚੇਤਨਾ ਦੂਜੀਆਂ ਸਟੇਟਾਂ 'ਚ ਭਾਵੇਂ ਗੁਜਰਾਤ ਹੈ, ਯੂਪੀ ਹੈ, ਉਹਨਾਂ ਸਟੇਟਾਂ 'ਚ ਪੈਦਾ ਹੋ, ਲੋਕ ਉਹਨਾਂ ਸਰਕਾਰਾਂ ਵੀ ਦਬਾਅ ਬਣਾਉਣਗੇ। ਜੇ ਭਗਵੰਤ ਸਿੰਘ ਮਾਨ ਦੀ ਸਰਕਾਰ, ਅਰਵਿੰਦ ਕੇਜਰੀਵਾਲ ਦੀ ਪਾਰਟੀ ਇਹ ਕਰ ਸਕਦੀ ਹੈ ਤੇ ਉਹ ਸਰਕਾਰਾਂ ਕਿਉਂ ਨਹੀਂ ਕਰ ਸਕਦੀਆਂ? ਨਹੀਂ, ਦਬਾਅ ਤਾਂ ਠੀਕ ਹੈ ਜੀ, ਪਰ ਉਹ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਜਿਹੜੀ ਪਬਲਿਕ ਮਨੀ ਹੈ, ਪੰਜਾਬ ਦਾ ਜਿਹੜਾ ਪੈਸਾ ਹੈ, ਤਾਂ ਉਹ ਵੀ ਉਹਦੀ ਵੀ ਵੇਸਟੇਜ ਹੈ ਮਤਲਬ ਬਾਹਰਲੀਆਂ ਸਟੇਟਾਂ ਦੇ ਵਿੱਚ। ਅਸੀਂ ਹਿੰਦੁਸਤਾਨ ਦੇ ਵਾਸੀ ਹਾਂ। ਮੈਂ ਤੁਹਾਨੂੰ ਕਿਹਾ ਕੋਈ ਵੀ ਚੰਗਾ ਕੰਮ ਹੈ, ਅਗਰ ਉਸ ਨੂੰ ਅਸੀਂ ਬਾਬੇ ਨਾਨਕ ਨੇ ਕਿਹਾ ਸੀ ਵੀ ਜਿਉਂ ਬਸਦੇ ਰਹੋ ਜਾਂ ਉੱਜੜ ਜਾਓ, ਅਸੀਂ ਤਾਂ ਚੰਗੇ ਕੰਮ ਫਲਾਉਣ ਦੀ ਗੱਲ ਕਰਦੇ ਹਾਂ ਵੀ ਜਿਹੜਾ ਚੰਗਾ ਕੰਮ ਹੈ ਉਹ ਸਾਰੇ ਹਿੰਦੁਸਤਾਨ 'ਚ ਪਹਿਲੇ ਸਾਰਾ ਹਿੰਦੁਸਤਾਨ ਭ੍ਰਿਸ਼ਟਾ ਰਹਿਤ ਹੋ ਜੇ ਜੀ। ਔਰ
ਇੱਕ ਸੀਗਾ ਸਵਾਲ ਜੀ ਕਿ ਜਿਵੇਂ ਬਠਿੰਡਾ ਦੇ ਵਿੱਚ ਪਿਛਲੀ ਸਰਕਾਰ ਦੇ ਸਮੇਂ ਸਪਾ ਸੈਂਟਰ ਖੋਲ੍ਹਦੇ ਰਹੇ ਜੀ, ਉੱਥੇ ਉਗਰਾਹੀ ਦਾ ਮੁੱਦਾ ਵੀ ਬੜਾ ਉਛਲਦਾ ਰਿਹਾ ਤੇ ਅਨੈਤਿਕ ਧੰਦਿਆਂ ਦਾ ਮੁੱਦਾ ਵੀ ਉਛਲਦਾ ਰਿਹਾ ਜੀ। ਤਾਂ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਉੱਤੇ 2 ਮਹੀਨੇ ਬਾਅਦ ਹੁਣ ਫਿਰ ਸਪਾ ਸੈਂਟਰ ਉਸੇ ਤਰੀਕੇ ਨਾਲ ਖੁੱਲਣ ਲੱਗ ਗਏ ਹੈਗੇ ਆ ਤੇ ਤੁਹਾਡੇ ਨੋਟਸ ਦੇ ਵਿੱਚ ਹੈਗੀ ਗੱਲ? ਦੇਖੋ ਲਹਿਰੀ ਸਾਹਿਬ, ਗੱਲ ਇਹ ਹੈ ਵੀ ਫਿਜ਼ੀਓਥੈਰੇਪੀ, ਬਿਊਟੀਸ਼ੀਅਨ ਸਰਕਾਰਾਂ ਦੇ ਹਿੱਸਿਆਂ ਦੇ ਵਿੱਚ ਹੈ ਜਿਹੜੇ ਅਸੀਂ ਟ੍ਰੇਨਿੰਗ ਕਰਾਉਣੀ ਹੈ। ਸਰਕਾਰਾਂ ਪਹਿਲੀਆਂ ਵੀ ਟ੍ਰੇਨਿੰਗ ਕਰਾਉਂਦੀਆਂ ਸੀ। ਜਿੱਥੋਂ ਤੱਕ ਸਪਾ ਸੈਂਟਰਾਂ ਦੇ ਤੋਂ ਤੁਸੀਂ ਪਿਛਲੇ ਸਰਕਾਰ ਸਮੇਂ ਪੈਸੇ ਲੈਣ ਦੀ ਗੱਲ ਕੀਤੀ ਹੈ, ਤੁਸੀਂ ਪੱਤਰਕਾਰ ਹੋ, ਬਿਊਰੋ ਚੀਫ ਹੋ, ਤੁਹਾਡੇ ਧਿਆਨ 'ਚ ਬਹੁਤ ਵਧੀਆ ਗੱਲ ਹੋ ਸਕਦੀ ਹੈ। ਔਰ ਉਹ ਜਿੱਥੋਂ ਤੱਕ ਉਹਨਾਂ ਦੇ ਅਨਇੰਪਲਾਇਡ ਯੂਥ ਨੂੰ ਕੰਮ ਤੋਂ ਬੰਦ ਕਰਾਉਣਾ, ਇਹ ਸਰਕਾਰਾਂ ਦੇ ਹਿੱਸੇ ਨਹੀਂ ਹੁੰਦਾ। ਪਰ ਅਗਰ ਕਿਤੇ ਵੀ ਕੋਈ ਅਨੈਤਿਕ ਕਾਰਵਾਈ ਹੁੰਦੀ ਹੈ, ਮੈਂ ਤੁਹਾਨੂੰ ਯਕੀਨ ਦਿਵਾਉਣਾ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਤੇ ਸਖਤ ਐਕਸ਼ਨ ਕਰੂਗੀ। ਜੇ ਕੋਈ ਵੀ ਅਜਿਹਾ ਕੰਮ ਸਾਡੇ ਨੋਟਿਸ 'ਚ ਆਉਂਦਾ ਹੈ, ਤੁਹਾਨੂੰ ਵੈਲਕਮ ਹੈ, ਕਦੇ ਵੀ ਤੁਸੀਂ ਦੱਸੋ, ਉਸ ਤੇ ਐਕਸ਼ਨ ਹੋਏਗਾ ਜੀ। ਔਰ ਇਹ ਇੱਕ ਹੋਰ ਉਹ ਵੀ ਪਿਛਲੀ ਸਰਕਾਰ ਦੇ ਨਾਲ ਥੋੜਾ ਲਿੰਕ ਹੈਗਾ ਮਾਮਲਾ ਜੀ, ਜੋ ਥਰਮਲ ਪਲਾਂਟ ਦੀ ਰਾਖ ਦਾ ਮਾਮਲਾ ਵੀ ਕਾਫੀ ਉੜਦਾ ਰਿਹਾ ਤੇ ਇਹ ਜਿਹੜੀ ਹੈਗੀ ਆ ਵਿਧਾਇਕ ਤੇ ਉਹਦੇ ਰਿਸ਼ਤੇਦਾਰ ਦੇ ਸਿਰ ਪੈਂਦੀ ਰਹੀ ਜੀ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਵੀ ਇਹ ਜਿਹੜੀ ਸੀਗੀ ਰਾਖ ਦਾ ਕੰਮ ਜਿਹੜਾ ਜਾਰੀ ਰਿਹਾ, ਹਾਲਾਂਕਿ ਹੁਣ ਇਹ 15 ਦਿਨਾਂ ਤੋਂ ਬੰਦ ਹੋਇਆ ਜੀ। ਤਾਂ ਇਹ ਮਤਲਬ ਕੀ ਪ੍ਰਕਿਰਿਆ ਰਹੀ? ਕੋਈ ਟੈਂਡਰ ਦੇ ਰਾਹੀਂ ਸ਼ੁਰੂ ਕੀਤਾ ਗਿਆ ਕੰਮ ਜਾਂ ਕਿਸ ਤਰ੍ਹਾਂ ਹੋਇਆ ਜੀ? ਗੁਰਪ੍ਰੀਤ ਲਹਿਰੀ ਜੀ, ਤੁਸੀਂ ਜਾਣਦੇ ਹੋ ਜਦੋਂ ਸਰਕਾਰ ਬਣੀ ਹੈ, ਜਗਰੂਪ ਸਿੰਘ ਇੱਕ ਅਜਿਹਾ ਵਿਧਾਇਕ ਹੈ ਜਿਹਨੇ 2 ਮੀਟਿੰਗਾਂ CMD ਨਾਲ ਜਾ ਕੇ ਕੀਤੀਆਂ ਔਰ ਉਹਨਾਂ ਨੂੰ ਕਿਹਾ ਵੀ ਜਿਹੜਾ ਸਵਾਹ ਦਾ ਮੁੱਦਾ ਪਿਛਲੇ 15 ਸਾਲ ਚੱਲੀ ਜਾਂਦਾ ਹੈ, ਵਿਧਾਇਕ ਜਾਂ ਉਸਦੇ ਰਿਸ਼ਤੇਦਾਰਾਂ ਦੇ ਦੋਸ਼ ਲੱਗਦੇ ਰਹੇ, ਮੈਂ ਇਹ ਹੋਣ ਨਹੀਂ ਦੇਣਾ। ਔਰ ਉਹ ਬੰਦ ਕਰਕੇ ਇਸਦੇ ਟੈਂਡਰ ਕਰਵਾਏ ਗਏ ਆ। ਟੈਂਡਰ ਕੋਈ ਲੈਂਦਾ ਹੈ ਜਾਂ ਨਹੀਂ ਲੈਂਦਾ, ਇਹ ਤੁਹਾਡੇ ਸਾਹਮਣੇ ਆ ਜਾਏਗਾ। ਉਹਦੇ ਟੈਂਡਰ ਫਲੋਟ ਹੋ ਚੁੱਕੇ ਹੈ। ਮੈਂ ਚਾਹੁੰਦਾ ਸੀ ਕਿ ਇਸ ਦੇ ਨਾਲ ਬਿਜਲੀ ਬੋਰਡ ਨੂੰ ਆਮਦਨ ਹੋਵੇ ਜਿਹੜੀ ਲੋਕਾਂ ਤੇ ਖਰਚ ਕੀਤੀ ਜਾ ਸਕੇ ਜੀ। ਔਰ ਇੱਕ ਬਠਿੰਡਾ ਦਾ ਜੋ ਬੱਸ ਸਟੈਂਡ ਦਾ ਮਾਮਲਾ ਸੀਗਾ, ਪਿਛਲੀਆਂ ਅਕਾਲੀ ਸਰਕਾਰ ਔਰ ਕਾਂਗਰਸ ਸਰਕਾਰ ਆ, ਇਹ ਰੋਟੀਆਂ ਸੇਕਦੀ ਰਹੀ, ਅਸੀਂ ਬਣਾਵਾਂਗੇ, ਵੋਟਾਂ ਪਟੋਰਦੀ ਰਹੀ ਜੀ। ਤਾਂ ਉੱਥੇ ਪਹਿਲਾਂ ਹੀ ਪਤਾ ਸੀ ਕਿ NOC ਨਹੀਂ ਮਿਲਣਾ, ਮਿਲਟਰੀ ਸਟੇਸ਼ਨ ਕਰਕੇ ਨਹੀਂ ਮਿਲਿਆ ਜੀ। ਤਾਂ ਹੁਣ ਇਹਨੂੰ ਕੀ ਸ਼ਿਫਟ ਕਰਨ ਦੀ ਯੋਜਨਾ ਹੈਗੀ ਥਰਮਲ ਕਲੋਨੀ ਵਾਲੀ ਸਾਈਡ, ਥਰਮਲ ਦੇ ਵਾਲੀ ਪਾਸੇ ਹੈਗੇ? ਦੇਖੋ, ਮੈਂ ਇਸ ਦੇ ਉੱਤੇ ਕੋਈ ਪੋਲੀਟੀਕਲ ਟਿੱਪਣੀ ਨਹੀਂ ਕਰ ਸਕਦਾ। ਤੁਹਾਨੂੰ ਇੱਕ ਯਕੀਨ ਦਿਵਾਉਣਾ ਹੈ ਕਿ ਜਿਹੜਾ ਬੱਸ ਸਟੈਂਡ ਹੈ ਬਠਿੰਡਾ ਵਾਸੀਆਂ ਨੂੰ ਬਹੁਤ ਜਲਦੀ ਉਹ ਮਿਲੂਗਾ ਔਰ ਉਹ ਤੁਹਾਡੇ ਸਾਹਮਣੇ ਹੋਏਗਾ। ਮੈਂ ਲਾਰੇ ਲਾ ਕੇ ਨਹੀਂ ਰੱਖ ਸਕਦਾ। ਮੈਂ ਆਪ 25 ਸਾਲ ਵੇਖਦਾ ਕਿ ਉੱਥੇ ਜਿਹੜਾ ਬੱਸ ਸਟੈਂਡ ਹੈ ਉਹ ਬਣਾਇਆ ਨਹੀਂ ਜਾ ਸਕਿਆ। ਬਹੁਤ ਜਲਦੀ ਨਵਾਂ ਬੱਸ ਸਟੈਂਡ ਬਠਿੰਡਾ ਸ਼ਹਿਰ ਦੇ ਵਾਸੀਆਂ ਲਈ ਹੋਂਦ 'ਚ ਆ ਜਾਏਗਾ ਜੀ। ਲਹਿਰੀ ਸਾਹਿਬ, ਬਹੁਤ ਇੱਕ ਲਾਸਟ ਸਵਾਲ ਹੈ ਮੇਰਾ ਅਰੋੜਾ ਸਾਹਿਬ ਜੀ। ਜੀ ਹੁਣੇ ਜੇ ਗਿੱਲ ਸਾਹਿਬ ਕਲੈਕਟਰ ਰੇਟ ਰਿਵਾਈਜ਼ ਹੋਏ ਹੈਗੇ ਨੇ ਜੀ, ਤੇ ਕਈ ਇਲਾਕਿਆਂ ਦੇ ਵਿੱਚ ਤਾਂ ਮਤਲਬ ਕਾਫੀ ਘੱਟ ਹੋਏ ਨੇ, ਜੈਨੂਅਨ ਆਪਾਂ ਕਹਿ ਸਕਦੇ ਹਾਂ। ਪਰ ਕਈ ਇਲਾਕਿਆਂ ਦੇ ਵਿੱਚ ਜਿਹੜੇ ਕਲੈਕਟਰ ਰੇਟ ਨੇ ਉਹ 3 ਗੁਣਾ ਤੋਂ ਵੀ ਜ਼ਿਆਦਾ ਜਿਹੜੇ ਹੈਗੇ ਨੇ ਉਹ ਵਧਾ ਦਿੱਤੇ ਗਏ ਨੇ ਜੀ। ਮਤਲਬ ਜਿਹੜੇ ਆਪਾਂ ਪਲਾਟ ਦੀ ਗੱਲ ਕਰੀਏ, ਇੱਕ ਪਲਾਟ ਦਾ ਜਿੱਥੇ ਖਰਚਾ ਪਹਿਲਾਂ 1,03,000 ਹੁੰਦਾ ਸੀ, ਉਸ ਤੇ ਹੁਣ 3.25 ਲੱਖ ਰੁਪਏ ਖਰਚਾ ਜਿਹੜਾ ਹੈਗਾ ਉਹ ਹੋਣ ਲੱਗ ਗਿਆ ਹੈਗਾ। ਤਾਂ ਇਹ ਜਦੋਂ ਕਲੈਕਟਰ ਰੇਟ ਰਿਵਾਈਜ਼ ਹੋਏ ਨੇ, ਤੁਹਾਡੇ ਨਾਲ ਡਿਸਕਸ ਕੀਤੇ ਗਏ ਸੀ ਕਮੇਟੀ ਦੇ ਵੱਲੋਂ? ਨਹੀਂ ਲਹਿਰੀ ਸਾਹਿਬ, ਮੇਰੇ ਨਾਲ ਡਿਸਕਸ ਨਹੀਂ ਹੋਏ, ਪਰ ਜਦੋਂ ਹੀ ਮੇਰੇ ਧਿਆਨ 'ਚ ਆਇਆ, ਇੱਥੋਂ ਦੇ ਬਹੁਤ ਸਾਰੇ ਸਾਥੀ ਮੈਨੂੰ ਮਿਲੇ ਸੀ। ਮੈਂ ਕੱਲ CM ਸਾਹਿਬ ਨੂੰ ਮਿਲਿਆ ਔਰ ਇਹ ਮਾਮਲਾ ਮੈਂ ਉਹਨਾਂ ਦੇ ਧਿਆਨ 'ਚ ਲਿਆਂਦਾ ਔਰ ਉਹਨਾਂ ਨੂੰ ਇਹ ਵੀ ਕਿਹਾ ਕਿ ਰੇਟ ਵਧਣ ਨਾਲ ਪ੍ਰਾਪਰਟੀ ਦਾ ਕੰਮ ਜਿਹੜਾ ਘੱਟ ਹੋ ਕੇ ਹੋ ਸਕਦਾ ਸਾਡਾ ਰੈਵਨਿਊ ਵੀ ਘੱਟ ਜੇ। ਉਹਨਾਂ ਨੇ ਸਾਨੂੰ ਯਕੀਨ ਦਿਵਾਇਆ, ਹੋਰ ਵੀ ਮੇਰੇ ਸਾਥੀ MLA ਸੀ, ਕਿ ਅਸੀਂ ਇਸ ਦੇ ਉੱਤੇ ਰਿਵਿਊ ਕਰਾਂਗੇ। ਮੈਂ ਉਹਨਾਂ ਨੂੰ ਅੱਜ ਹੀ ਆਪਣੇ ਵੱਲੋਂ ਇੱਕ ਲੈਟਰ ਲਿਖ ਕੇ ਭੇਜ ਰਿਹਾ ਜਿਹਦੇ ਨਾਲ ਇਸ ਦੇ ਜਿਹੜੇ ਪ੍ਰੋਸੈਸ ਅਪਣਾਉਣਾ ਹੈ ਉਹ ਸਾਹਮਣੇ ਆਉਂਦਾ। ਲਹਿਰੀ ਸਾਹਿਬ, ਮੈਂ ਥੋੜਾ ਜਿਹਾ ਆਪਣਾ ਵਿਅਕਤੀਗਤ ਇੱਥੇ ਖਿਆਲ ਜ਼ਰੂਰ ਦੇਣਾ ਚਾਹੂੰਗਾ, ਸਾਂਝਾ ਕਰਨਾ ਚਾਹੂੰਗਾ। ਹਾਲਾਂਕਿ ਇਸ ਵਿਸ਼ੇ ਤੇ ਮੈਂ ਗਿੱਲ ਸਾਹਿਬ ਨਾਲ ਗੱਲ ਕਰਨੀ ਸੀ, ਚਲੋ ਤੁਸੀਂ ਮੁੱਦਾ ਚੱਕਿਆ। ਸਾਡੇ ਵੀਰ ਜਿਹੜੇ ਪ੍ਰਾਪਰਟੀ ਡੀਲਰ ਦੇ ਕਾਰੋਬਾਰ 'ਚ ਹੈ, ਉਹ ਇਹ ਤਾਂ ਚਾਹੁੰਦੇ ਆ ਵੀ ਪ੍ਰਾਪਰਟੀ ਦੇ ਰੇਟ ਵੱਧ ਜਾਣ। ਹੁਣ ਮੈਂ ਜਿੱਥੇ ਪਲਾਟ ਲਿਆ ਸੀ 10 ਸਾਲ ਪਹਿਲਾਂ ਜੋ ਰੇਟ ਸੀ ਤੇ ਜੋ ਅੱਜ ਰੇਟ ਹੈ ਉਸ ਦਾ 4 ਗੁਣੇ ਤੋਂ ਵੀ ਵੱਧ ਹੋ ਗਿਆ ਉਹ, ਜਾਂ ਕਹਿ ਲਓ ਕਿ 5 ਗੁਣਾ ਰੇਟ ਹੋ ਚੁੱਕਿਆ ਉੱਥੇ ਖਾਲੀ ਪਲਾਟਾਂ ਦਾ। ਉਸ ਤੇ ਤਾਂ ਦੇਖੋ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਏਗੀ, ਪਲਾਟਾਂ ਦੇ ਸੌਦੇ ਹੁਣ ਵੀ ਹੋਈ ਜਾਂਦੇ। ਨਿਰਮਾਣ ਕਾਰਜ ਕੋਵਿਡ ਲਾਕਡਾਊਨ ਤੋਂ ਬਾਅਦ ਕਿੰਨਾ ਜ਼ਿਆਦਾ ਵਧਿਆ ਇਸ ਦੇ ਗਵਾਹ ਤੁਸੀਂ ਵੀ ਹੋ। ਪਰ ਉਹਦੇ ਸਬੰਧ 'ਚ ਜਿਹੜੇ ਹੋਰ ਖਰਚੇ ਵਧੇ, ਜਾਨੀ ਨਿਰਮਾਣ ਜਿਹੜਾ ਸਮੱਗਰੀ ਹੈ ਉਹਦੇ ਰੇਟਾਂ 'ਚ ਕਿੰਨੇ ਗੁਣਾ ਵਾਧਾ ਹੋਇਆ, ਪਲਾਟਾਂ ਦੀ
ਜਿਹੜੀ ਕੀਮਤ ਸੀ ਉਹਨਾਂ 'ਚ ਵਾਧਾ ਹੋਇਆ ਤੇ ਜੇ ਸਰਕਾਰ ਦੇ ਰੈਵਨਿਊ ਵਾਸਤੇ ਥੋੜਾ ਜਿਹਾ ਇੱਕ ਵਾਧਾ ਹੋ ਗਿਆ ਉਸ ਤੇ ਮੈਨੂੰ ਸਮਝ ਨਹੀਂ ਆਈ ਵੀ ਉਸ ਤੇ ਕਿਉਂ ਹੈ। ਕੋਈ ਪ੍ਰਾਪਰਟੀ ਡੀਲਰ ਇਹ ਕਿਉਂ ਨਹੀਂ ਇਤਰਾਜ਼ ਕਰਦਾ ਯਾਰ ਪਲਾਟਾਂ ਦੇ ਰੇਟ ਨਜਾਇਜ਼ ਵੱਧ ਗਏ ਫਲਾਣੀਆਂ ਕਲੋਨੀਆਂ 'ਚ। ਜਿਹੜਾ 7000 ਪ੍ਰਤੀ ਸਕੁਅਰ ਯਾਰਡ ਸੀਗਾ ਤੇ ਅੱਜ ਉੱਥੇ 40000 ਰੁਪਇਆ ਸਕੁਅਰ ਯਾਰਡ ਹੋਇਆ ਪਿਆ, ਉਹ ਵੀ ਤਾਂ ਖਰੀਦਣ ਵਾਲੇ ਦੇ ਉੱਤੇ ਹੀ ਬੋਝ ਹੈ ਨਾ ਜੀ। ਤੇ ਜੇ ਮਾੜਾ ਜਿਹਾ ਬੋਝ ਸਰਕਾਰ ਦੇ ਕਿਸੇ ਕੰਮ 'ਚ ਵੀ ਪੈ ਗਿਆ, ਅਸੀਂ ਇੰਨੀਆਂ ਸਹੂਲਤਾਂ ਦੀ ਉਮੀਦ ਕਰਦੇ ਹਾਂ ਸਰਕਾਰ ਤੋਂ। ਮੈਂ ਨਿੱਜੀ ਤੌਰ ਤੇ ਸੋਚਦਾ ਵੀ ਉਹਦੇ 'ਚ ਕੀ ਐਡੀ ਕੀ ਗੱਲ ਹੋ ਗਈ ਉਹਦੇ 'ਚ। ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਮੰਨ ਲਓ ਮੈਂ ਜਿਹੜਾ ਜ਼ਿਕਰ ਕੀਤਾ ਉਹ 1-2 ਇਲਾਕਿਆਂ ਦਾ ਕੀਤਾ ਜਿੱਥੇ ਮੇਰੇ ਧਿਆਨ 'ਚ ਹੈ ਕਿ ਪਹਿਲਾਂ ਜਿਹੜਾ ਰੇਟ ਸੀਗਾ ਉਹ 3500। ਸਰ ਪਲਾਟਾਂ ਦੇ ਰੇਟ ਵੀ ਤਾਂ ਦੇਖੋ, ਮੈਂ 2 ਕਰੋੜ ਦਾ ਪਲਾਟ ਖਰੀਦਦਾ ਪਿਆ ਜਾਂ ਕਰੋੜ ਰੁਪਏ ਦਾ ਪਲਾਟ ਕਿਸੇ ਕਲੋਨੀ 'ਚ ਖਰੀਦਦਾ ਪਿਆ, ਤੁਹਾਨੂੰ ਵੀ ਪਤਾ ਹੈ ਕਰੋੜ ਰੁਪਏ ਦਾ ਪਲਾਟ ਘੱਟੋ ਘੱਟ ਕਿਹੜੀਆਂ ਕਲੋਨੀਆਂ 'ਚ ਹੋ ਚੁੱਕਿਆ ਹੈ। ਕਰੋੜ ਰੁਪਏ ਦਾ ਪਲਾਟ ਖਰੀਦ ਕੇ ਜੇ 5-7 ਲੱਖ ਉੱਤੇ ਲੱਗ ਗਿਆ ਜਿਹੜਾ ਕਿ ਸਰਕਾਰ ਦੇ ਖਜ਼ਾਨੇ 'ਚ ਜਾ ਰਿਹਾ ਹੈ, ਠੀਕ ਹੈ ਜੀ, ਤੇ ਮੈਨੂੰ ਤਾਂ ਨਹੀਂ ਲੱਗਦਾ ਕੋਈ ਬਹੁਤ ਇਹਦੇ 'ਚ ਕੋਈ ਹਾਹਾਕਾਰ ਮਚਾਉਣ ਵਾਲੀ ਗੱਲ ਹੈ। ਪ੍ਰਾਪਰਟੀ ਡੀਲਰ ਇਸ ਗੱਲ ਤੇ ਤਾਂ ਤਾੜੀਆਂ ਵਜਾਉਂਦੇ ਆ ਜਦੋਂ ਰੇਟ ਵੱਧਦੇ ਆ ਪਲਾਟਾਂ ਦੇ, ਤੇ ਜੇ ਵੱਧ ਜਾ ਸਰਕਾਰ ਨੂੰ ਕੋਈ ਉਹਦੇ 'ਚੋਂ 2% 1.5% ਦੇਣਾ ਪੈ ਗਿਆ ਤਾਂ ਉਸ 'ਚ ਕੋਈ ਏਡੇ ਇਤਰਾਜ਼ ਵਾਲੀ ਗੱਲ ਮੈਨੂੰ ਤਾਂ ਕੋਈ ਖਾਸ ਲੱਗੀ ਨਹੀਂ ਜਨਾਬ, ਨਾ ਹੀ ਇਹਦਾ ਸੌਦਿਆਂ ਤੇ ਕੋਈ ਅਸਰ ਪੈਣਾ। ਜੀ ਜੀ ਬਿਲਕੁਲ ਠੀਕ ਹੈ ਨਾ ਜੀ। ਮੈਂ ਇਹਦੇ ਨਾਲ ਜਿਹੜੇ ਬਿਲਕੁਲ ਤੁਹਾਡੀ ਗੱਲ ਸਹੀ ਹੈ, ਜਿਹੜੀ ਸਰਕਾਰ ਹੈ ਉਹ ਫੇਰ ਹੀ ਚੱਲੇਗੀ ਅਗਰ ਫੰਡਸ ਦੀ ਆਪਾਂ ਇੰਨੀਆਂ ਸਹੂਲਤਾਂ ਲੈ ਰਹੇ ਜਦੋਂ 300 ਯੂਨਿਟ ਵੀ ਮਿਲੀ ਜਾਂਦੇ ਆ, ਤੇ ਜੇ ਹੁਣ ਕਰੋੜ ਰੁਪਇਆ ਖਰਚਣ ਵਾਲਾ ਬੰਦਾ ਜੇ ਮਾੜੇ ਜੇ ਉਧਰ ਵੀ ਲਾ ਦੂਗਾ ਤਾਂ ਐਡੀ ਕੀ ਗੱਲ ਹੈ। ਖੈਰ ਸ਼ੁਕਰੀਆ, ਇਹ ਇੱਕ ਬਹਿਸ ਦਾ ਮੁੱਦਾ ਹੈ ਜਿਹਦੇ 'ਚ ਮੇਰਾ ਨਿੱਜੀ ਖਿਆਲ ਸੀ ਜਿਹੜਾ ਮੈਂ ਤੁਹਾਡੇ ਨਾਲ ਤੇ ਸੁਰਤੇ ਨਾਲ ਸਾਂਝਾ ਕੀਤਾ। ਸੋ ਬਹੁਤ ਬਹੁਤ ਸ਼ੁਕਰੀਆ ਲਾਰੀ ਸਾਹਿਬ, ਬਹੁਤ ਮਹੱਤਵਪੂਰਨ ਸਵਾਲ ਸੀ ਜਿਹੜੇ ਤੁਸੀਂ ਮੇਰਾ ਕੰਮ ਸੁਖਾਲਾ ਕਰਤਾ। ਇਹ ਸਾਰੇ ਸਵਾਲਾਂ ਨੂੰ ਚਰਚਾ 'ਚ ਲਿਆ ਕੇ ਬਹੁਤ ਬਹੁਤ ਸ਼ੁਕਰੀਆ ਜਨਾਬ। ਸੋ ਗਿੱਲ ਸਾਹਿਬ, ਇਹ 2 ਤਾਂ ਪ੍ਰੋਜੈਕਟ ਤੁਸੀਂ ਪੁਲਾਂ ਦੀ ਗੱਲ ਕੀਤੀ ਹੈ, ਔਰ ਇਸ ਤੋਂ ਇਲਾਵਾ ਹੋਰ ਬਠਿੰਡਾ ਇਲਾਕੇ ਦੇ ਲਈ ਕੀ ਕੀ ਵਿਕਾਸ ਯੋਜਨਾ ਹੈ? ਤੀਜਾ ਜਿਹੜਾ ਪੁਲ ਹੈ ਨਾ ਜੀ, ਬਰਨਾਲਾ ਰੋਡ ਦਾ ਪੁਲ, ਉਹ ਵੀ ਸੈਂਡਫਿਲ ਬਣਨ ਵਾਸਤੇ ਜੀ 2 ਵਾਰ ਸ਼ੁਰੂ ਹੋ ਗਿਆ ਸੀ ਔਰ ਹੁਣ ਵੀ ਦੁਬਾਰਾ ਉਹਦਾ ਕੰਮ ਚਾਲੂ ਹੋ ਗਿਆ ਸੀ। ਮੈਂ ਉਸ ਦੇ ਲਈ ਇਸ ਗੱਲ ਦਾ ਵੀ ਧੰਨਵਾਦੀ ਹਾਂ ਕਿ ਮੈਂ ਇੱਥੇ ਜਿਹੜੇ ਕੇਂਦਰੀ ਮੰਤਰੀ ਆਏ ਪੁਰੀ ਸਾਹਿਬ ਨੂੰ ਮਿਲਿਆ, ਬੀਜੇਪੀ ਦੇ ਸਾਥੀ ਵੀ ਉੱਥੇ ਸੀ, ਬਠਿੰਡੇ ਦੇ ਹਰ ਸ਼ਹਿਰੀ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਇਹ ਪਿੱਲਰਾਂ ਤੇ ਬਣਨਾ ਚਾਹੀਦਾ। ਮੈਂ ਜਦੋਂ ਕੰਮ ਸ਼ੁਰੂ ਹੋ ਗਿਆ ਸੀ, ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਨੂੰ ਮਿਲਿਆ, ਸਾਡੇ ਬਿਕਰਮ ਸਿੰਘ ਸਾਹਨੀ ਜੀ ਨੇ ਜਿਹੜੇ MP ਉਹਨਾਂ ਨੂੰ ਮਿਲਿਆ, ਰਾਘਵ ਚੱਡਾ ਜੀ ਨੂੰ ਮਿਲਿਆ, ਉਹਨਾਂ ਨੇ ਗਡਕਰੀ ਸਾਹਿਬ ਨਾਲ ਗੱਲ ਕਰਕੇ ਇਸ ਨੂੰ ਬਹੁਤ ਮੁੱਦੇ ਨੂੰ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਧਿਆਨ 'ਚ ਲਿਆ ਕੇ ਇਸ ਨੂੰ ਦੁਬਾਰੇ ਰਿਵਿਊ ਕਰਨ ਵਾਸਤੇ ਕਿਹਾ। ਮੈਂ ਆਸ ਕਰਦਾ ਕਿ ਉਹ ਪੁਲ ਵੀ ਪਿੱਲਰਾਂ ਤੇ ਹੋਏਗਾ, ਜਿਹਦੇ ਨਾਲ ਬਾਜ਼ਾਰ ਦੇ ਵਿੱਚੋਂ ਕੰਜੈਸ਼ਨ, ਸਬਜ਼ੀ ਵਾਲੇ, ਟੈਕਸੀਆਂ ਵਾਲੇ, ਰੇਹੜੀਆਂ ਵਾਲੇ ਉਹਦੇ ਥੱਲੇ ਅਸੀਂ ਲੈ ਜਾਾਂਗੇ। ਬਾਜ਼ਾਰ 'ਚੋਂ ਟ੍ਰੈਫਿਕ ਖਤਮ ਕਰਨ ਦੇ ਲਈ ਅਸੀਂ ਅੱਗੇ ਕਦਮ ਵਧਾ ਸਕਾਂਗੇ ਜੀ। ਸੋ ਇਹ ਤਾਂ ਹੋ ਗਿਆ ਪੁਲਾਂ ਦੀ ਗੱਲ। ਇਸ ਤੋਂ ਇਲਾਵਾ ਜਿਹੜੇ ਕੋਈ ਹੋਰ ਮਿਊਨਿਸਪਲ ਕਾਰਪੋਰੇਸ਼ਨ ਦੇ ਨਾਲ ਜੁੜੇ ਹੋਏ ਵਿਕਾਸ ਕਾਰਜ ਹੈ ਉਹਨਾਂ ਦੀ ਵੀ ਮੈਂ ਗੱਲ ਜ਼ਰੂਰ ਤੁਹਾਡੇ ਨਾਲ ਕਰੂੰਗਾ। ਔਰ ਸਰੋਤਿਆਂ ਨੂੰ ਮੈਂ ਦਿਲਾਸਾ ਦਿੰਦਾ ਕਿ ਹੁਣ ਤੋਂ 5-7 ਮਿੰਟ ਬਾਅਦ ਅਸੀਂ ਜਿਹੜੀਆਂ ਟੈਲੀਫੋਨ ਲਾਈਨਸ ਹੈ ਉਹ ਸਰੋਤਿਆਂ ਲਈ ਅਸੀਂ ਖੋਲਾਂਗੇ, ਪਰ ਉਸ ਤੋਂ ਪਹਿਲਾਂ 1-2 ਸਵਾਲ ਮੈਂ ਜਲਦੀ ਨਾਲ ਗਿੱਲ ਸਾਹਿਬ ਨਾਲ ਕਰਨਾ। ਇੱਕ ਸਰੋਤੇ ਨੇ ਸਾਨੂੰ ਇੱਕ ਪਰਚੀ ਭੇਜੀ ਹੈ ਜੀ, ਉਹ ਕਹਿੰਦੇ ਕਿ ਇੱਕ ਵਾਅਦਾ ਇਹ ਵੀ ਕੀਤਾ ਗਿਆ ਸੀਗਾ ਕਿ ਸ਼ਾਮਲਾਟ ਵਾਲੀਆਂ ਜਗ੍ਹਾ ਜਿਹੜੀਆਂ ਉਸ ਦੀ ਰਜਿਸਟਰੀ ਕਰਵਾਈ ਜਾਊਗੀ। ਜਿਵੇਂ ਕਿ ਇਹਨਾਂ ਨੇ ਦੱਸਿਆ ਜੀ ਸਟੇਡੀਅਮ ਦੇ ਪਿਛਲੇ ਪਾਸੇ ਖੱਦਰ ਭੰਡਾਰ ਵਾਲੀ ਗਲੀ ਹੈ ਜਿਹੜੀ, ਜਾਂ ਇਹ ਇਲਾਕੇ ਹੈ ਜਿਹੜੇ, ਇਹਨਾਂ ਦੇ ਬਾਰੇ ਵੀ ਕੋਈ ਵਾਅਦੇ ਸੀਗੇ ਜਿਹੜੇ ਸਥਾਨਕ ਚੋਣਾਂ ਦੇ ਵੇਲੇ ਕੁਝ ਲੀਡਰਾਂ ਨੇ ਕੀਤੇ ਸੀਗੇ, ਤਾਂ ਇਹਦਾ ਇਸ ਵੇਲੇ ਕੀ ਸਟੇਟਸ ਹੈ ਜੀ? ਮੈਂ ਅਰੋੜਾ ਸਾਹਿਬ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਇਸ ਦੇ ਬਾਰੇ ਇਦੋਂ ਪਹਿਲਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕੀਤੀ ਸੀ ਔਰ ਨਾਲ ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੁੱਕਣਾ ਚਾਹੁੰਦਾ ਸੀ। ਮੈਨੂੰ ਉੱਥੇ ਟਾਈਮ ਨਹੀਂ ਮਿਲ ਸਕਿਆ ਇਸ ਵਿਸ਼ੇ ਦੇ ਉੱਤੇ, ਪਰ ਜਿਹੜਾ ਸ਼ਾਮਲਾਟ ਹੈ ਉਸ ਦੇ ਉੱਤੇ ਜੋ ਮੈਨੂੰ ਪਤਾ ਲੱਗਿਆ ਕੋਈ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈ, ਉਹਨੂੰ ਸਾਰੀ ਨੂੰ ਹੁਣ ਪੜ੍ਹ ਕੇ ਐਨਾਲਿਸਿਸ ਕਰਕੇ ਦੁਬਾਰੇ ਇਸ ਤੇ ਵਿਚਾਰ ਕੀਤਾ ਜਾਊਗਾ ਕਿ ਲੋਕਾਂ ਦੇ ਫਾਇਦੇ ਦੀ ਗੱਲ ਕਿਵੇਂ ਕੀਤੀ ਜਾਵੇ। ਮੈਂ ਸਰਕਾਰ ਦੇ ਨਾਲ ਇਸ ਗੱਲ ਤੇ ਲਗਾਤਾਰ ਰਾਬਤੇ 'ਚ ਔਰ ਇਸ ਨੂੰ ਜਾਰੀ ਰੱਖੂੰਗਾ ਜੀ। ਇੱਕ ਹੋਰ ਸਰੋਤਾ ਜਿਨ੍ਹਾਂ ਦੇ ਨਾਲ ਸੰਪਰਕ ਅਸੀਂ ਕੀਤਾ ਸੀ, ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਬਹੁਤ ਮਹੱਤਵਪੂਰਨ ਮੁੱਦਾ ਹੈ ਜਿਹੜਾ ਉਹਨਾਂ ਨੇ ਚੱਕਣਾ ਹੈ। ਸੋ ਇਹ ਸ਼ਮਸ਼ੇਰ ਜੀ ਹੈ ਜੀ ਜਿਨ੍ਹਾਂ ਨਾਲ ਸਾਡੀ ਇਸ ਵੇਲੇ ਗੱਲ ਹੋ ਰਹੀ ਹੈ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਮਸ਼ੇਰ ਜੀ, ਥੋੜਾ ਜਿਹਾ ਆਪਦੇ ਬਾਰੇ ਥੋੜਾ ਜਿਹਾ ਹੋਰ ਦੱਸ ਦਿਓ ਤੁਸੀਂ, ਮਤਲਬ ਆਪਦੀ ਜਾਣ ਪਛਾਣ ਹੋਰ ਕਰਾ ਦਿਓ। ਨਾਮ ਤਾਂ ਤੁਹਾਡਾ ਮੇਰੇ ਕੋਲੇ ਪਹੁੰਚ ਗਿਆ ਹੋਇਆ। ਹਾਂਜੀ ਸਰ, ਅਮਰੀਕ ਸਿੰਘ ਰੋਡ ਤੇ ਸੇਲ ਲੱਗ ਰਹੀ ਸੰਡੇ ਸੇਲ ਜੀ। ਹੈਲੋ। ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ। ਉਹਦਾ ਪ੍ਰੈਜ਼ੀਡੈਂਟ ਬੋਲ ਰਿਹਾ ਜੀ। ਅੱਛਾ ਜੀ। ਕਿਸੇ ਕਾਰਨ ਸਾਨੂੰ ਉੱਥੋਂ ਉਹ ਸੇਲ ਚੱਕ ਕੇ ਤਿਲਕੋਣੇ ਕੋਲ ਭੇਜਦੇ ਸੀ ਜੀ। ਤੇ ਉੱਥੇ ਸਾਨੂੰ ਬੜੀ ਦਿੱਕਤ ਆ ਰਹੀ ਜੀ। ਉੱਥੇ 500-700 ਪਰਿਵਾਰ ਹੈ, ਗਰੀਬ ਪਰਿਵਾਰ ਹੈ ਜਿਹੜੇ ਸੇਲ ਲਾਉਂਦੇ ਆ ਸੰਡੇ ਸੇਲ ਜੀ। ਉੱਥੇ ਨਾ ਤਾਂ ਬਾਥਰੂਮ ਦੀ ਕੋਈ ਫੈਸਿਲਿਟੀ ਹੈ ਜੀ, ਪਲੱਸ ਉਹ ਸਾਰਾ ਰੋਡ ਟੁੱਟਿਆ ਹੋਇਆ ਜੀ, ਤੇ ਲੇਡੀਜ਼ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਮੈਂ ਗਿੱਲ ਸਾਹਿਬ ਨੂੰ ਰਿਕੁਐਸਟ ਕਰੂੰਗਾ ਉਸ ਜਗ੍ਹਾ ਨੂੰ ਚੇਂਜ ਕਰਕੇ ਜੇ ਪੁਰਾਣੀ ਜਗ੍ਹਾ ਤੇ ਸਾਨੂੰ ਸ਼ਿਫਟ ਕੀਤਾ ਜਾਵੇ ਤੇ 7-8 ਹਜ਼ਾਰ ਬੰਦਾ ਉੱਥੇ ਜਿਹੜਾ ਰੋਟੀ
ਰੁਜ਼ਗਾਰ ਦਾ ਜਿਨ੍ਹਾਂ ਦਾ ਕੰਮ ਚੱਲਦਾ, ਕੋਈ ਨਾ ਕੋਈ ਉਹਨਾਂ ਦੀ ਹੈਲਪ ਹੋ ਸਕੇ। ਇਹ ਨਗਰ ਨਿਗਮ ਦਾ ਫੈਸਲਾ ਸੀ ਸਰ? ਸ਼ਮਸ਼ੇਰ ਜੀ, ਇਹ ਉਸ ਸਮੇਂ ਦੇ ਮੰਤਰੀ ਔਰ ਨਗਰ ਨਿਗਮ ਦਾ ਫੈਸਲਾ ਸੀ, ਕਿਉਂਕਿ ਜਿਹੜੀ ਉਹ ਜਗ੍ਹਾ ਹੈ ਉਹ ਪਾਰਕਿੰਗ ਵਾਸਤੇ ਜਦੋਂ ਕਲੋਨੀ ਕੱਟੀ ਸੀਗੀ ਉਸ ਦੇ ਵਾਸਤੇ ਛੱਡੀ ਗਈ ਸੀ, ਜਿਹਦੇ ਲਈ ਜਿਹੜੇ ਉੱਥੋਂ ਦੇ ਦੁਕਾਨਦਾਰ ਔਰ ਉੱਥੋਂ ਦੀ ਆਬਾਦੀ ਇਤਰਾਜ਼ ਕਰਦੀ ਸੀ। ਟ੍ਰੈਫਿਕ ਕੰਜੈਸ਼ਨ ਸੀ। ਤੁਸੀਂ ਦੱਸਿਆ ਕਿ ਤੁਹਾਨੂੰ ਤਕਲੀਫ ਹੈ, ਨੋ ਡਾਊਟ, ਪਰ ਉਹ ਵੀ ਤਾਂ ਇੱਕ 100 ਫੁੱਟ ਰੋਡ ਦੇ ਵਿੱਚ ਇੱਕ ਵਾਰੀ ਸ਼ਿਫਟ ਕਰਕੇ ਤਾਂ ਕਿ ਗਰੀਬ ਲੋਕਾਂ ਦਾ ਕੰਮ ਸਫਰ ਨਾ ਕਰੇ। ਜਿੱਥੋਂ ਤੱਕ ਤੁਸੀਂ ਬਾਥਰੂਮ ਵਗੈਰਾ ਦੀ ਗੱਲ ਕੀਤੀ ਹੈ, ਉਹ ਮੈਂ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦਾ ਕੰਮ ਆ ਉਹਦੇ ਨਾਲ ਗੱਲ ਕਰੂੰਗਾ। ਸਰ ਉੱਥੇ ਬਹੁਤ ਜ਼ਿਆਦਾ ਦਿੱਕਤ ਹੈ ਜੀ। ਜੋ ਗੱਲ ਕਰੂੰਗਾ ਮੈਂ ਕਮਿਸ਼ਨਰ ਗਿੱਲ ਸਾਹਿਬ, ਕਿਉਂਕਿ ਐਕਸ ਅਫੀਸ਼ੀਓ ਮੈਂਬਰ ਵੀ ਹੈ ਕਾਰਪੋਰੇਸ਼ਨ ਦੇ, ਤੇ ਉੱਥੇ ਜ਼ਰੂਰ ਇਹ ਮੁੱਦਾ ਚੱਕਣਗੇ। ਸੋ ਗਿੱਲ ਸਾਹਿਬ, ਇੱਕ ਕਾਰਪੋਰੇਸ਼ਨ ਦੇ ਵਿੱਚ ਵੀ ਬੜਾ ਕੁਝ ਅਸੀਂ ਸੁਣ ਰਹੇ ਹਾਂ ਕਿ ਕਾਰਪੋਰੇਸ਼ਨ ਦਾ ਇਸ ਵੇਲੇ ਧਿਆਨ ਹੈ ਜਿਹੜਾ ਸ਼ਹਿਰ ਦੀਆਂ ਸਮੱਸਿਆਵਾਂ ਵੱਲੋਂ ਹਟ ਕੇ ਉੱਥੇ ਕੋਈ ਸੱਤਾ ਦੇ ਵਿੱਚ ਬਦਲਾਵ ਦੀ ਕੋਸ਼ਿਸ਼ ਹੋ ਰਹੀ ਹੈ। ਜਨਰਲ ਹਾਊਸ ਦੀ ਮੀਟਿੰਗ ਵੀ ਪਿਛਲੇ ਦਿਨੀ ਰੱਦ ਕੀਤੀ ਗਈ, ਤੇ ਕਿਉਂਕਿ ਤੁਸੀਂ ਥੋੜੀ ਜਿਹੀ ਆਪਦੀ ਅਥਾਰਟੀ ਜੇ ਅਸਰਟ ਕਰੋ ਤਾਂ ਬਹੁਤ ਸਾਰੇ ਐਸੇ ਵਿਕਾਸ ਕਾਰਜ ਹੈ ਜਿਹੜੇ ਅੜੇ ਪਏ ਆ। ਹੁਣ ਮਸਲਨ ਸਾਡੇ ਨਗਰ ਨਿਗਮ ਦੇ ਕਮਿਸ਼ਨਰ ਹੈ, ਉਹ ਨਾ ਤਾਂ ਪ੍ਰੈਸ ਨੂੰ ਕੋਈ ਜਵਾਬਦੇਹ ਹੈ, ਨਾ ਪਬਲਿਕ ਨੂੰ ਜਵਾਬਦੇਹ ਹੈ, ਔਰ ਜਨਤਾ ਨੂੰ ਬੜੀ ਇਸ ਦਿੱਕਤ ਹੈ, ਕੋਈ ਸਵਾਲ ਕਿਸ ਤੋਂ ਜਾਣਨਾ, ਕਿਉਂਕਿ ਨਗਰ ਨਿਗਮ ਦੇ ਜਿਹੜੇ ਚੁਣੇ ਹੋਏ ਲੋਕ ਉਹਨਾਂ 'ਚ ਵੀ ਥੋੜੀ ਜਿਹੀ ਇੱਕ ਬੇਵਸਾਈ ਦਾ ਮਾਹੌਲ ਹੈ, ਕਿਉਂਕਿ ਇਹ ਚਰਚਾ 'ਚ ਆਇਆ ਪਿਛਲੇ ਦਿਨੀ ਕਿ ਮੇਅਰ ਨੂੰ ਬਦਲੇ ਜਾਣ ਦੀ ਕੋਈ ਗੱਲ ਹੋ ਰਹੀ ਸੀ। ਚਲੋ ਇੱਕ ਸਿਆਸੀ ਮੁੱਦਾ, ਮੈਂ ਉਹਨੂੰ ਨਹੀਂ ਛੇੜਦਾਗਾ, ਪਰ ਕਮ ਸੇ ਕਮ ਜਿਹੜੇ ਨਗਰ ਨਿਗਮ ਦੇ ਸਾਡੇ ਕਮਿਸ਼ਨਰ ਮੈਡਮ ਹੈ ਉਹਨਾਂ ਨੂੰ ਤਾਂ ਮਾੜਾ ਜਿਹਾ ਦੱਸ ਦਿਓ ਨਾ ਵੀ ਹੁਣ ਦੇਸ਼ ਆਜ਼ਾਦ ਹੈ, ਇਹ ਕੋਈ ਈਸਟ ਇੰਡੀਆ ਕੰਪਨੀ ਦੇ ਕਰਮਚਾਰੀ ਨਹੀਂ ਹੈਗੇ, ਉਹ ਰਿਪਬਲਿਕ ਆਫ ਇੰਡੀਆ ਦੇ ਇੱਕ ਅਧਿਕਾਰੀ ਹੈ। ਲੋਕਾਂ ਦੀਆਂ ਸਮੱਸਿਆਵਾਂ ਸੁਣਨ, ਮੀਡੀਆ ਤੇ ਇੱਥੇ ਇਸ ਮੰਚ ਤੇ ਆ ਕੇ ਲੋਕਾਂ ਨੂੰ ਸੁਣਨ, ਇਹ ਕੀ ਉਹਨਾਂ ਦੀ ਹੈਂਕੜਬਾਜ਼ੀ ਤੇ ਹੰਕਾਰ ਹੈ ਕਿ ਲੋਕਾਂ ਨਾਲ ਉਹ ਗੱਲ ਹੀ ਕਰਕੇ ਰਾਜੀ ਨਹੀਂ ਜੀ? ਦੇਖੋ, ਕੋਈ ਵੀ ਜਿਹੜਾ ਅਧਿਕਾਰੀ ਆ ਪਬਲਿਕ ਸਰਵੈਂਟ ਹੈ। ਅਸੀਂ ਲੋਕਾਂ ਦੇ ਦਿੱਤੇ ਟੈਕਸ 'ਚ ਤਨਖਾਹ ਉਹਨਾਂ ਨੂੰ ਦਿੰਦੇ ਆ, ਉਹ ਲੋਕਾਂ ਦੇ ਨੌਕਰ ਨੇ। ਮੈਨੂੰ ਦੇਖੋ, ਡਿਸਟ੍ਰਿਕਟ ਐਡਮਿਨਿਸਟ੍ਰੇਟਰ ਡੀਸੀ ਸਾਹਿਬ ਦੀ ਕਦੇ ਮੈਨੂੰ ਕੋਈ ਸ਼ਿਕਾਇਤ ਨਹੀਂ ਆਈ। ਇਸ ਸੰਬੰਧ ਵਿੱਚ ਤੁਸੀਂ ਇਹ ਧਿਆਨ 'ਚ ਲਿਆਂਦਾ ਹੈ। ਮੈਂ ਮੈਡਮ ਜਿਹੜੀ ਇੱਥੇ ਕਮਿਸ਼ਨਰ ਹੈ ਉਸ ਨੂੰ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਆਗਾਹ ਕਰਾ ਦੂੰਗਾ। ਅਗਰ ਲੋਕਾਂ ਦੀਆਂ ਸਮੱਸਿਆਵਾਂ ਨਾ ਸੁਣੀਆਂ ਗਈਆਂ, ਇਸ ਦੇ ਲਈ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਜ਼ੀਰੋ ਟੋਲਰੈਂਸ ਹੈ। ਅਸੀਂ ਲੋਕਾਂ ਨੂੰ ਸੁਵਿਧਾ ਦੇਣੀ ਹੈ, ਸਹੂਲਤਾਂ ਦੇਣੀਆਂ, ਉਸ ਦੇ ਲਈ ਉਹਨਾਂ ਨੂੰ ਵਚਨਬੱਧ ਹੋਣਾ ਪਊਗਾ, ਕਿਉਂਕਿ ਬਹੁਤ ਸ਼ਿਕਾਇਤਾਂ ਇੱਥੇ ਸੀਵਰੇਜ ਬੰਦ ਪਏ ਨੇ, ਸਫਾਈ ਦੀਆਂ ਸਮੱਸਿਆਵਾਂ ਨੇ। ਇਹ ਨਿੱਤ ਪ੍ਰਤੀ ਦੀਆਂ ਉਹ ਸਮੱਸਿਆਵਾਂ ਜਿਹੜੀਆਂ ਇੱਕ ਐਡਮਿਨਿਸਟ੍ਰੇਸ਼ਨ ਨੇ ਕਰਨੀਆਂ ਹੁੰਦੀਆਂ ਨੇ। ਉਹ ਐਡਮਿਨਿਸਟ੍ਰੇਸ਼ਨ ਦਾ ਹੈੱਡ ਹੈ ਜਿਹੜਾ, ਉਹ ਕਮਿਸ਼ਨਰ ਕਾਰਪੋਰੇਸ਼ਨ ਹੁੰਦਾ ਜਾਂ ਉਸ ਦੇ ਅਧਿਕਾਰੀ ਹੁੰਦੇ ਆ। ਇਸ ਦੇ ਲਈ ਜ਼ਰੂਰ ਤੁਹਾਡਾ ਇਹ ਜਿਹੜਾ ਤਕਲੀਫ ਹੈ ਲੋਕਾਂ ਦੀ, ਤੁਸੀਂ ਮੇਰੇ ਧਿਆਨ 'ਚ ਲਿਆਂਦੀ। ਮੈਂ ਪਹਿਲਾਂ ਵੀ ਲੱਗਿਆ ਹੋਇਆ, ਇਸ ਨੂੰ ਹੋਰ ਤੇਜ਼ ਕਰਤਾ ਜਾਊਗਾ ਜੀ। ਜਿੰਨੇ ਤੁਸੀਂ ਮਿਲਣਸਾਰ ਹੋ ਨਾ ਜੀ, ਜਿਹੜੇ ਸਾਡੇ ਕਈ ਅਧਿਕਾਰੀ ਹੈ ਉਹ ਬਿਲਕੁਲ ਇਸ ਦੇ ਵਿਪਰੀਤ ਹੈ। ਅਖੀਰ ਦੇ ਵਿੱਚ ਇੱਕ ਜਿਹੜੀ ਕਾਲ ਅਸੀਂ ਇਧਰੋਂ ਡਾਇਲ ਆਊਟ ਕਰਕੇ ਲਈ ਹੈ, ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਬਠਿੰਡਾ ਚੈਪਟਰ ਦੇ ਇਕਾਈ ਦੇ ਪ੍ਰਧਾਨ ਹੈ ਜੀ, ਡਾਕਟਰ ਵਿਕਾਸ ਛਾਬੜਾ। ਡਾਕਟਰ ਵਿਕਾਸ ਛਾਬੜਾ ਗਿੱਲ ਸਾਹਿਬ ਨਾਲ ਕੀ ਦਿਲ ਦੀ ਗੱਲ ਸਾਂਝੀ ਕਰਨੀ ਚਾਹੁੰਦੇ ਆ, ਉਹਨਾਂ ਦੀ ਜ਼ਬਾਨੀ ਹੀ ਸੁਣਾਂਗੇ। ਹੈਲੋ। ਹਾਂਜੀ ਸਰ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੱਜਰੀ ਸਵੇਰ 'ਚ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਹੋਰ ਠੀਕ ਹੋ? ਜੀ ਸਰ, ਆਸ਼ੀਰਵਾਦ ਤੁਹਾਡਾ ਧੰਨਵਾਦ ਤੁਹਾਡਾ ਜੀ ਡਾਕਟਰ ਸਾਹਿਬ। ਸਰ ਮੈਂ ਆ ਕਹਿਣਾ ਚਾਹਨਾ ਕਿ ਸਾਡੇ ਬਹੁਤ ਸਾਰੇ ਡਾਕਟਰਸ ਦੇ ਥਰੂ ਆਊਟ ਪੰਜਾਬ ਜੀ ਆਯੁਸ਼ਮਾਨ ਸਕੀਮ ਦੇ ਕਾਫੀ ਕਲੇਮਸ ਪੈਂਡਿੰਗ ਪਏ ਨੇ। ਲਗਭਗ 250 ਕਰੋੜ ਰੁਪਏ ਦਾ ਪੇਮੈਂਟ ਪੈਂਡਿੰਗ ਪਿਆ ਹੈ ਜੀ। ਉਹ ਪਿਛਲੀ ਸਰਕਾਰ ਦੀ ਅਣਗਹਿਲੀ ਕਰਕੇ ਤੇ ਇਸ ਸਰਕਾਰ ਨੇ ਵੀ ਉਹਨੂੰ ਹਜੇ ਤੱਕ ਪੇਮੈਂਟਸ ਨੂੰ ਰਿਲੀਜ਼ ਨਹੀਂ ਕਰਵਾਇਆ ਸਰ ਜੀ। ਇਸ ਕਰਕੇ ਜਿਹੜੇ ਸਾਡੇ ਹਸਪੀਟਲਸ ਹੈਗੇ ਆ ਜੀ, ਉਹ ਜਿਹੜੇ ਪੂਅਰ ਪੇਸ਼ੈਂਟਸ ਹੈ ਉਹਨਾਂ ਨੂੰ ਆਯੁਸ਼ਮਾਨ ਸਕੀਮ ਦਾ ਫਾਇਦਾ ਪਿਛਲੇ 4-5 ਮਹੀਨੇ ਤੋਂ ਨਹੀਂ ਦੇ ਪਾ ਰਹੇ ਨੇ ਜੀ, ਕਿਉਂਕਿ ਅਸੀਂ ਆਪ ਹੀ ਇੰਨੇ ਕਰਜ਼ਾਈ ਹੋ ਗਏ ਹਾਂ ਕਿ ਸਾਡੇ ਕੋਲੇ ਹੋਰ ਪੈਸੇ ਖਰਚ ਕਰਨ ਨੂੰ ਪੈਸੇ ਹੈ ਨਹੀਂਗੇ ਜੀ। ਤੇ ਸਾਡੀ ਤੁਹਾਨੂੰ ਇਹ ਰਿਕੁਐਸਟ ਹੈ ਕਿ ਕਲੇਮਸ ਜਿਹੜੇ ਹੈਗੇ ਆ ਸਾਡੇ ਪੈਂਡਿੰਗ, ਉਹ ਜਲਦੀ ਤੋਂ ਜਲਦੀ ਮਾਨ ਸਾਹਿਬ ਨੂੰ ਕਹਿ ਕੇ ਜਾਂ ਨਵੇਂ ਐਚਐਮ ਸਾਹਿਬ ਨੂੰ ਕਹਿ ਕੇ ਰਿਲੀਜ਼ ਕਰਵਾਏ ਜਾਣ ਸਰ। ਡਾਕਟਰ ਸਾਹਿਬ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਕਿਉਂਕਿ ਸਾਡੇ ਕੋਲੇ ਵੀ ਪਬਲਿਕ ਹੀ ਆਉਂਦੀ ਹੈ। ਕੱਲ ਜਦੋਂ ਮੈਂ ਮਾਨ ਸਾਹਿਬ ਨੂੰ ਮਿਲਿਆ ਸੀ, ਮੁੱਦਾ ਵੀ ਉੱਥੇ ਧਿਆਨ 'ਚ ਆਇਆ ਸੀ, ਪਰ ਕਈ ਜਗ੍ਹਾ ਦੇ ਉੱਤੇ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਦਾ ਜਾਂ ਹੋਰ ਅਜਿਹੇ ਗੱਲਾਂ ਧਿਆਨ 'ਚ ਆ ਜਾਂਦੀਆਂ ਨੇ ਕਿ ਇਹਨਾਂ ਦੀ ਦੁਰਵਰਤੋਂ ਵੀ ਕਿਤੇ ਕਿਤੇ ਹੋਈ ਹੈ। ਇਹ ਸੈਂਟਰ ਗਵਰਨਮੈਂਟ ਦੀ ਸਕੀਮ ਹੈ। ਅਸੀਂ ਮਾਨ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਸੀ, ਅਗਰ ਇਹ ਸਕੀਮ ਨਹੀਂ ਚੱਲ ਸਕਦੀ ਪ੍ਰੋਪਰਲੀ ਤਾਂ ਪੰਜਾਬ ਸਰਕਾਰ ਨੂੰ ਕੋਈ ਅਜਿਹੀ ਸਕੀਮ ਚਲਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਸਕੇ, ਕਿਉਂਕਿ ਸਾਡੀ ਪਹਿਲ ਹੈ ਸਿਹਤ ਸਹੂਲਤਾਂ ਦੇਣਾ। ਅਸੀਂ ਲੋਕਾਂ ਨਾਲ ਵਾਅਦਾ ਕਰਕੇ ਆਏ ਹਾਂ ਤਾਕਤ ਦੇ ਵਿੱਚ। ਉਹਨਾਂ ਨੇ ਕਿਹਾ ਹਰ ਹਾਲਤ ਦੇ ਵਿੱਚ ਇਸ ਦੇ ਉੱਤੇ ਵਰਕਆਊਟ ਕੀਤਾ ਜਾਊਗਾ ਔਰ ਜਿਹੜੀਆਂ ਲੋਕਾਂ ਦੀ ਸਿਹਤ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਹਰ ਸਹੂਲਤ ਦਿੱਤੀ ਜਾਊਗੀ। ਪਰ ਸਰ ਜਿਹੜੇ ਡਾਕਟਰਸ ਹੈਗੇ ਉਹਨਾਂ 'ਚ ਕੌਨਫੀਡੈਂਸ ਭਰਨ ਵਾਸਤੇ ਜਿਹੜੇ ਪੁਰਾਣੇ ਕਲੇਮਸ ਹੈਗੇ ਪੈਂਡਿੰਗ ਪਏ ਹੈ
ਉਹ ਤਾਂ ਰਿਲੀਜ਼ ਕਰਨੇ ਚਾਹੀਦੇ ਉਹ ਵੀ ਉਹਨਾਂ ਦੇ ਧਿਆਨ 'ਚ ਲਿਆਂਦਾ ਜੀ, ਉਸ ਦੇ ਉੱਤੇ ਉਹ ਕਹਿੰਦੇ ਕਿ ਅਸੀਂ ਕੰਮ ਕਰਾਂਗੇ, ਜਲਦੀ ਹੋ ਜਾਏਗਾ। ਥੈਂਕ ਯੂ ਸਰ ਜੀ ਸ਼ੁਕਰੀਆ ਡਾਕਟਰ ਸਾਹਿਬ। ਔਰ ਇਸ ਦੇ ਨਾਲ ਹੀ ਅਸੀਂ ਹੁਣ ਜਿਹੜੀ ਟੈਲੀਫੋਨ ਲਾਈਨ ਹੈ 0164 2240 331 ਸਰੋਤਿਆਂ ਲਈ ਖੋਲ ਦਿੱਤੀ ਹੈ ਜੀ। ਸਰੋਤੇ 0164 2240 331 ਤੇ ਕਾਲ ਕਰਕੇ ਆਪਣੀ ਸ਼ਿਕਾਇਤ, ਆਪਣੇ ਸੁਝਾਅ ਸਾਡੇ ਪ੍ਰਤੀਨਿਧੀ ਸਰਦਾਰ ਜਗਰੂਪ ਸਿੰਘ ਗਿੱਲ ਹੋਰਾਂ ਨਾਲ ਸਾਂਝੇ ਕਰ ਸਕਦੇ ਆ। ਸੋ ਆਪ ਸਭ ਨੂੰ ਸੱਦਾ ਜੀ 0164 2240 331 ਤੇ ਕਾਲ ਕਰੋ ਔਰ ਗਿੱਲ ਸਾਹਿਬ ਨਾਲ ਸਿੱਧੀ ਗੱਲ ਕਰਕੇ ਆਪਣੇ ਦਿਲ ਦੀ ਗੱਲ ਸਾਂਝੀ ਕਰੋ। ਗਿੱਲ ਸਾਹਿਬ, ਜੇ ਮੈਨੂੰ ਕੋਈ ਪੁੱਛੇ ਨਾ ਕਿ ਮੌਜੂਦਾ ਸਰਕਾਰ ਦਾ ਪਿਛਲੇ 100 ਜਾਂ 110 ਦਿਨਾਂ 'ਚ ਜਾਂ 107 ਦਿਨਾਂ 'ਚ ਸਭ ਤੋਂ ਵੱਡਾ ਫੇਲਿਅਰ ਕਿਹੜਾ ਹੈ? ਪ੍ਰਾਪਤੀਆਂ ਤਾਂ ਚਲੋ ਆਉਣ ਵਾਲੇ ਸਮੇਂ ਸਾਡੇ ਸਾਹਮਣੇ ਆ ਹੀ ਜਾਣਗੀਆਂ, ਹੁਣ ਵੀ ਸਾਡੇ ਸਾਹਮਣੇ ਆ ਰਹੀਆਂ। ਸਭ ਤੋਂ ਵੱਡਾ ਫੇਲਿਅਰ ਹੈ ਜੀ ਲਾਅ ਐਂਡ ਆਰਡਰ, ਕਾਨੂੰਨ ਵਿਵਸਥਾ, ਜਿਹੜੀ ਕਿ ਭਾਵੇਂ ਹੁਣ ਬਦਲਾਅ ਕੀਤੇ ਆ ਵੱਡੇ ਪੱਧਰ ਤੇ, ਹਾਇਰ ਲੈਵਲ ਤੇ ਚੀਫ ਸੈਕਟਰੀ ਸਾਹਿਬ ਔਰ ਸਾਡੇ ਡੀਜੀਪੀ ਪੰਜਾਬ ਪੁਲਿਸ ਦੇ ਵਿੱਚ ਨਿਯੁਕਤੀਆਂ ਜਿਹੜੀਆਂ ਨਵੀਆਂ ਹੋਈਆਂ, ਪਰ ਜਿਹੜੇ ਜ਼ਿਲ੍ਹਾ ਪੱਧਰ ਦੇ ਵੀ ਜਿਹੜੇ ਅਧਿਕਾਰੀ ਹੈ ਕਸੂਰਵਾਰ ਉਹ ਵੀ ਘੱਟ ਨਹੀਂ ਹੈਗੇ, ਕਿਉਂਕਿ ਇੱਕ ਸੰਵਾਦ ਹੁੰਦਾ, ਇੱਕ ਵਾਰਤਾ ਹੁੰਦੀ ਹੈ ਲੋਕਾਂ ਦੇ ਨਾਲ, ਜਾਂ ਜਿਹੜੇ ਜਰਾਇਮ ਪੇਸ਼ਾ ਲੋਕ ਆ ਉਹਨਾਂ ਨੂੰ ਇੱਕ ਵਾਰਨਿੰਗ ਇਸ਼ੂ ਕਰਨ ਦੀ ਗੱਲ ਹੁੰਦੀ ਹੈ। ਮੈਂ ਤੁਹਾਡੇ ਨਾਲ ਪਹਿਲਾਂ ਵੀ ਇਹ ਗੱਲ ਤੁਹਾਡੇ ਧਿਆਨ 'ਚ ਲਿਆਂਦੀ ਸੀ ਕਿ ਐਸਐਸਪੀ ਸਾਹਿਬਾਨ ਆਪਦੇ 에ਅਰ ਕੰਡੀਸ਼ਨਡ ਕਮਰਿਆਂ 'ਚੋਂ ਨਹੀਂ ਨਿਕਲਦੇ ਪਏਗੇ, ਬਾਹਰ ਜਨਤਾ 'ਚ ਨਹੀਂ ਵਿਚਰਦੇ ਪਏਗੇ। ਮੈਨੂੰ ਤੁਸੀਂ ਦੱਸੋ, ਅਖਬਾਰ ਤੁਸੀਂ ਪੜ੍ਹਦੇ ਹੋ, ਕਦੇ ਸੁਣਿਆ ਕਿ ਐਸਐਸਪੀ ਸਾਹਿਬ ਕਿਸੇ ਮਹੱਲੇ 'ਚ ਗਏ, ਕਿਸੇ ਕਲੋਨੀ 'ਚ ਗਏ, ਲੋਕਾਂ ਨਾਲ ਉੱਥੇ ਉਹਨਾਂ ਦਾ ਹਾਲ ਚਾਲ ਪੁੱਛਿਆ? ਸਰਕਾਰੀ ਕਾਰਾਂ ਹੈਗੀਆਂ ਉਹਨਾਂ ਕੋਲੇ, ਵਧੀਆ 에ਅਰ ਕੰਡੀਸ਼ਨਡ ਕਾਰਾਂ ਹੈਗੀਆਂ, ਉਹਦੇ ਚੋਂ ਨਿਕਲ ਕੇ ਕਦੇ ਕਿਸੇ ਪਬਲਿਕ ਨਾਲ ਉਹਨਾਂ ਨੇ ਗੱਲ ਕੀਤੀ ਹੋਵੇ ਵੀ ਮੈਂ ਇੱਥੇ ਖੜਾ, ਚਿੰਤਾ ਨਾ ਕਰੋ? ਮਾਨਸੇ ਦੀ ਗੱਲ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਕਰ ਰਿਹਾ ਸੀਗਾ ਕਿ ਮਾਨਸਾ ਦੇ ਵਿੱਚ ਕਈ ਲੋਕਾਂ ਨੂੰ ਕੋਈ ਵਿਦੇਸ਼ਾਂ 'ਚ ਬੈਠੇ ਅਖੌਤੀ ਗੈਂਗਸਟਰਾਂ ਦੀਆਂ ਕਾਲਾਂ ਕਹਿ ਕੇ ਆਈਆਂ ਕਿ ਅਸੀਂ ਉਹ ਬੋਲਦੇ ਹਾਂ, ਸਾਨੂੰ ਫਰੋਤੀ ਚਾਹੀਦੀ ਹੈ। ਲੋਕਾਂ 'ਚ ਦਹਿਸ਼ਤ ਦਾ ਮਾਹੌਲ ਸੀ। ਐਸਐਸਪੀ ਸਾਹਿਬ ਨੇ ਆਪਦੇ ਦਫ਼ਤਰ 'ਚ ਦਾ ਤਾਲਾ ਹੀ ਨਹੀਂ ਖੋਲਿਆ, ਉਹਨਾਂ ਦਾ ਫੋਨ ਸਵਿਚ ਆਫ ਹੈ ਜੀ, ਲੈਂਡਲਾਈਨ ਵੀ ਉਹਨਾਂ ਦਾ ਕੱਟਿਆ ਹੋਇਆ ਹੈ, ਉਹਨਾਂ ਦੀ ਈਮੇਲ ਵੀ ਰਿਸਪੌਂਡ ਨਹੀਂ ਕਰਦੀਗੀ। ਤਾਂ ਇਸ ਹਾਲਾਤ ਦੇ ਵਿੱਚ ਲੋਕਾਂ ਨੂੰ ਕੌਣ ਸੰਭਾਲੂਗਾ? ਔਰ ਮਾਨਸਾ ਵਿਧਾਨ ਸਭਾ ਹਲਕਾ ਤਾਂ ਇਸ ਵੇਲੇ ਫॉर ਆਲ ਪ੍ਰੈਕਟੀਕਲ ਪਰਪਸਿਸ ਅਨਰੈਪਰੈਜ਼ੈਂਟਡ ਹੈ, ਉੱਥੇ ਤੋਂ ਆਪੋਜੀਸ਼ਨ ਦਾ ਵੀ ਕੋਈ ਬਹੁਤਾ ਮੈਂਬਰ ਨਹੀਂ ਰਹੇਗਾ। ਇਹ ਗੱਲਾਂ ਵੀ ਸਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਉਣ ਵਾਲੀਆਂ, ਜਿਹੜੀ ਕਿ ਮੈਂ ਤੁਹਾਡੇ ਧਿਆਨ 'ਚ ਪਬਲਿਕ ਦੀ ਗੱਲ ਜਿਹੜੀ ਮੈਂ ਲਿਆ ਰਿਹਾ। ਅਰੋੜਾ ਸਾਹਿਬ, ਤੁਹਾਡੀ ਗੱਲ ਜਿਹੜੀ ਹੈਗੀ ਜਿੱਥੇ ਤੱਕ ਲਾਅ ਐਂਡ ਆਰਡਰ ਦਾ ਸਵਾਲ ਹੈ, ਸਾਡੀ ਇਸ ਦੇ ਉੱਤੇ ਸਰਕਾਰ ਕੰਮ ਕਰ ਰਹੀ ਹੈ। ਤੁਸੀਂ ਦੇਖਿਆ ਹੋਣਾ ਡੀਜੀਪੀ ਸਾਹਿਬ ਦੇ ਬਦਲਣ ਤੋਂ ਬਾਅਦ ਕੱਲ ਸਾਰੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਕਾਰੋਬਾਰੀ ਸੀ ਉਹਨਾਂ ਦੇ ਉੱਤੇ ਛਾਪੇ ਵੱਜੇ, ਔਰ ਐਸਐਸਪੀ ਸਾਰੇ ਜ਼ਿਲ੍ਹਿਆਂ ਦੇ ਉਸ ਦੇ ਵਿੱਚ ਸ਼ਾਮਲ ਸੀ, ਸਾਰੇ ਉੱਚ ਅਧਿਕਾਰੀ ਸ਼ਾਮਲ ਸੀ। ਜਿੱਥੋਂ ਤੱਕ ਤੁਸੀਂ ਪਾਰਟਿਕੂਲਰ ਮਾਨਸਾ ਦੇ ਐਸਐਸਪੀ ਦੀ ਗੱਲ ਕੀਤੀ ਹੈ, ਚਲੋ ਮਾਨਸਾ ਦਾ ਲੋਕਲ ਵਿਧਾਇਕ ਐਕਟਿਵ ਇਸ ਤਰ੍ਹਾਂ ਇਸ ਸਮੇਂ ਨਹੀਂ ਰਿਹਾ, ਪਰ ਦੂਜੇ ਜਿਹੜੇ ਮੇਰੇ ਸਾਥੀ ਆ ਉੱਥੇ ਉਹ ਐਕਟਿਵ ਨੇ। ਮੈਂ ਉਹਨਾਂ ਦੇ ਧਿਆਨ 'ਚ ਵੀ ਲਿਆਉਂਗਾ ਔਰ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਤੁਹਾਡੀ ਗੱਲ ਲਿਆਉਂਗਾ। ਇਹ ਨਹੀਂ ਚਾਹੀਦਾ, ਪਬਲਿਕ ਸਰਵੈਂਟ ਨੂੰ ਰਿਸਪੌਂਡ ਕਰਨਾ ਚਾਹੀਦਾ ਹੈ। ਜਿੱਥੇ ਕਿਤੇ ਵੀ ਕੋਈ ਤਕਲੀਫ ਆਉਂਦੀ ਹੈ ਉਸ ਦੇ ਵਿੱਚ ਦਖਲ ਦੇਣਾ ਚਾਹੀਦਾ ਔਰ ਲੋਕਾਂ ਦੀ ਤਕਲੀਫ ਦੂਰ ਕਰਨੀ ਚਾਹੀਦੀ। ਵੈਸੇ ਜਿਹੜੀ ਛਾਪਿਆਂ ਵਾਲੀ ਗੱਲ ਹੈ ਸਰ, ਇਹ ਇੱਕ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਆ ਗਈ ਸੀਗੀ ਕਿ ਕਿਹੜੇ ਅਧਿਕਾਰੀ ਨੂੰ ਕਿਹਦਾ ਇੰਚਾਰਜ ਬਣਾਇਆ ਗਿਆ। ਹੁਣ ਮੈਨੂੰ ਕੋਈ ਇਹ ਦੱਸੇ ਵੀ ਕਿਸੇ ਮਹੱਲੇ ਦੇ ਵਿੱਚ ਕੋਈ ਬੰਦਾ ਕਰੇ ਨਸ਼ੇ ਸਾਂਭ ਕੇ ਬੈਠਾ ਹੋਊਗਾ ਵੀ ਕੱਲ ਛਾਪਾ ਪੈਣਾ ਤੇ ਮੈਂ ਫੜਾ ਦੂੰਗਾ, ਇਹ ਤਾਂ ਗੱਲ ਸੰਭਵ ਨਹੀਂ ਸੀ। ਇਹ ਬਿਲਕੁਲ ਸੀਕ੍ਰੇਟ ਇੱਕ ਕਾਰਵਾਈ ਹੋਣੀ ਚਾਹੀਦੀ ਸੀ। ਖੈਰ, ਇੱਕ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜਿਆ, ਆਓ ਜਾਣੀਏ ਕੀ ਹੈ ਉਹਨਾਂ ਦਾ ਸਵਾਲ ਤੇ ਕੀ ਹੈ ਉਹਨਾਂ ਦੇ ਦਿਲ ਦੀ ਗੱਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਸਤਿ ਸ੍ਰੀ ਅਕਾਲ ਜੀ, ਮੈਂ ਹਰੀਨੌਰ ਤੋਂ ਰੋਗੀ ਸਿੰਘ ਬੋਲ ਰਿਹਾ ਜੀ। ਅੱਛਾ ਜੀ, ਇਹ ਕਿੱਥੋਂ ਤੁਸੀਂ ਬੋਲ ਰਹੇ ਹੋ? ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਹੀ ਆ? ਬਠਿੰਡਾ ਵਿਧਾਨ ਸਭਾ ਹਲਕੇ ਤੋਂ? ਫਰੀਦਕੋਟ ਤੋਂ। ਨਹੀਂ ਸਰ, ਫਰੀਦਕੋਟ ਦਾ ਤਾਂ ਆਪਣੇ ਨਾਲ ਕੋਈ ਤਲਕ ਹੀ ਨਹੀਂ ਜੀ, ਆਪਾਂ ਤਾਂ ਬਠਿੰਡਾ ਵਿਧਾਨ ਸਭਾ ਹਲਕੇ ਦੀ ਗੱਲ ਕਰਨੀ ਹੈ ਜੀ। ਮਤਲਬ ਜੀ ਦੋ ਗੱਲਾਂ ਪੁੱਛਣੀ ਜੀ। ਨਹੀਂ, ਆਪਾਂ ਜਦੋਂ ਫਰੀਦਕੋਟ ਤੋਂ ਉਸ ਪਾਸੇ ਦਾ ਆਪਣਾ ਹਲਕਾ ਵਿਧਾਇਕ ਆਊਗਾ ਆਪਾਂ ਉਦੋਂ ਗੱਲ ਕਰਾਂਗੇ ਜੀ। ਸਿਰਫ ਮੇਰੀ ਬੇਨਤੀ ਹੈ ਕਿ ਬਠਿੰਡਾ ਵਿਧਾਨ ਸਭਾ ਹਲਕੇ ਜੋ ਸ਼ਹਿਰੀ ਹੈ, ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕਾ ਹੈ, ਸਿਰਫ ਉਹਦੇ ਹੀ ਜਿਹੜੇ ਵਸਨੀਕ ਹੈ, ਉਸ ਇਲਾਕੇ ਦੇ ਵਸਨੀਕ ਹੈ, ਮੇਰੀ ਬੇਨਤੀ ਹੈ ਕਿ ਉਹ ਇੱਥੇ ਕਰਨ, ਕਿਉਂਕਿ ਇਸ ਵੇਲੇ ਠੀਕ ਹੈ ਸਾਡੇ ਐਮਐਲਏ ਸਾਹਿਬ ਹੈ ਪਰ ਸਰਕਾਰ ਦਾ ਕੋਈ ਪ੍ਰਤੀਨਿਧੀ ਇਸ ਵੇਲੇ ਸਾਡੇ ਨਾਲ ਮੌਜੂਦ ਨਹੀਂ ਹੈਗੇ। ਇਹ ਸਿਰਫ ਜਵਾਬਦੇਹੀ ਇਹਨਾਂ ਦੀ ਬਠਿੰਡਾ ਸ਼ਹਿਰੀ ਜੋ ਵਿਧਾਨ ਸਭਾ ਹਲਕਾ ਹੈ ਉਸ ਦੇ ਬਾਰੇ ਹੀ ਜ਼ਿਆਦਾ ਹੈ। ਸੋ ਮੇਰੀ ਬੇਨਤੀ ਹੈ ਕਿ ਬਠਿੰਡਾ ਵਿਧਾਨ ਸਭਾ ਹਲਕਾ ਤੋਂ ਹੀ ਜਿਹੜੇ ਸਾਡੇ ਵਸਨੀਕ ਹੈ ਉਹ ਸਾਨੂੰ ਕਾਲ ਕਰਨ। ਫਰੀਦਕੋਟ ਦੇ ਵੀ ਸਾਡੇ ਜਿਹੜੇ ਪ੍ਰਤੀਨਿਧੀ ਅਸੀਂ ਉਹਨਾਂ ਨੂੰ ਵੀ ਸੱਦਾ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਮੈਂ ਇੱਕ ਗੱਲ ਹੋਰ ਹੈ ਗਿੱਲ ਸਾਹਿਬ ਕਿ ਲੋਕਾਂ ਦੇ ਵਿੱਚ ਥੋੜਾ ਜਿਹਾ ਰੋਸ ਇਸ ਕਰਕੇ ਵੀ ਪੈਂਦਾ ਕਿਉਂਕਿ ਜਿਹਨੂੰ ਆਪਾਂ ਰਵਾਇਤੀ ਪਾਰਟੀਆਂ ਕਹਿੰਦੇ ਆ ਉਹਨਾਂ ਦੇ ਪਾਰਟੀ ਕੈਡਰ ਬਹੁਤ ਮਜ਼ਬੂਤ ਸੀ, ਐਨ ਥੱਲੇ ਤੱਕ ਵਾਰਡ ਲੈਵਲ ਤੇ ਬੂਥ ਲੈਵਲ ਤੇ ਉਹਨਾਂ ਦੇ ਬੰਦੇ ਬੈਠੇ ਸੀ ਔਰ ਦੇਰ ਸਵੇਰ ਕਿਤੇ ਲੋਕਾਂ ਨੂੰ ਕਿਤੇ ਕੰਮ ਪੈਂਦਾ ਸੀ ਤਾਂ ਉਹ ਆਪਦੇ 5-7-10 ਘਰ ਛੱਡ ਕੇ ਇੱਕ ਅੱਧਾ ਕੋਈ ਪਾਰਟੀ ਦਾ ਅਹੁਦੇਦਾਰ ਕੋਈ ਮੈਂਬਰ ਸਾਨੂੰ ਮਿਲ ਜਾਂਦਾ ਸੀ। ਕੋਈ ਰਾਤ ਨੂੰ ਕੰਮ ਪੈ ਗਿਆ, ਕੋਈ ਐਮਰਜੈਂਸੀ ਆ ਗਈ, ਕੋਈ ਕਿਸੇ ਨੂੰ ਕਹਿਣਾ ਗਵਾਣਾ। ਤੇ ਹੁਣ ਜਦੋਂ ਅਸੀਂ ਆਸ-ਪਾਸ ਨਿਗਾਹ ਮਾਰਦੇ ਹਾਂ ਤਾਂ ਸਾਨੂੰ ਪਾਰਟੀ ਦਾ ਕੋਈ ਵੀ ਕੇਡਰ ਦਾ ਜਿਹੜਾ ਕੋਈ ਨੇਤਾ ਹੈ ਸਥਾਨਕ ਜਾਂ ਜ਼ਿਲ੍ਹਾ ਪੱਧਰ ਦਾ ਸਵਾਏ ਤੁਹਾਡੇ ਤੋਂ ਹੋਰ ਸਾਨੂੰ ਕੋਈ ਦਿਖਾਈ ਨਹੀਂ ਦਿੰਦਾ ਤੇ ਵਰਕਲੋਡ ਵੀ ਫਿਰ ਤੁਹਾਡੇ ਤੇ ਹੀ ਜ਼ਿਆਦਾ ਹੈ ਤੇ ਇੱਕ ਸਰੀਰ ਦੀ ਵੀ ਇੱਕ ਸਮਰੱਥਾ ਹੁੰਦੀ ਹੈ ਤੇ ਘੰਟੇ ਵੀ 24 ਹੁੰਦੇ ਆ। ਤਾਂ ਹੁਣ ਜਿਹੜਾ ਪਾਰਟੀ ਕੈਡਰ ਦਾ ਕੋਈ ਬਹੁਤਾ ਮਜ਼ਬੂਤ ਨਾ ਹੋਣਾ
ਕੋਈ ਸਰਕਾਰ ਦੇ ਅਧਿਕਾਰੀਆਂ ਤੱਕ ਕੰਮ ਪੈਂਦਾ ਹੈ ਤੇ ਲੋਕਾਂ ਨੂੰ ਜੋ ਬੰਦਾ ਕੋਈ ਨਹੀਂ ਲੱਭਦਾਗਾ ਤੇ ਫਿਰ ਕਈ ਵਾਰੀ ਬੰਦਾ ਕਹਿ ਦਿੰਦਾ ਯਾਰ ਇਸ ਨਾਲ ਤਾਂ ਫਿਰ ਪੁਰਾਣੀ ਸਰਕਾਰ ਹੀ ਚੰਗੀ ਸੀ। ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀ ਕੇਡਰ ਹੈ ਜਿਹੜਾ ਉਸ ਨੂੰ ਵੀ ਮਜ਼ਬੂਤ ਕੀਤਾ ਜਾਵੇ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹਦਾ ਕਾਫੀ ਹੱਦ ਤੱਕ ਹੱਲ ਹੋ ਜਾਏ? ਰੋੜਾ ਸਾਹਿਬ ਤੁਹਾਡੀ ਗੱਲ ਠੀਕ ਹੈ ਕਿ ਕਿਸੇ ਵੀ ਮੁਹੱਲੇ ਦੇ ਵਿੱਚ ਜੇ ਕੋਈ ਕੰਮ ਪੈਂਦਾ ਤਾਂ ਲੋਕਲ ਬੰਦੇ ਚਾਹੀਦੇ ਹੈ। ਮੇਰੀ ਪਿਛਲੇ ਸਮੇਂ ਤੋਂ ਕੋਸ਼ਿਸ਼ ਹੈ ਕਿ ਪਾਰਟੀ ਨੂੰ ਰੀਆਰਗੇਨਾਈਜ਼ ਕਰਕੇ ਤਗੜਾ ਕੀਤਾ ਜਾਵੇ। ਸਾਡੇ ਜਿਹੜੇ ਇੱਥੋਂ ਦੇ ਪ੍ਰਧਾਨ ਨੇ ਨੀਲ ਗਰਗ ਜੀ ਜਾਂ ਜਿਹੜੇ ਸਾਡੇ ਬਲਾਕ ਪ੍ਰਧਾਨ ਨੇ ਉਹਨਾਂ ਨੂੰ ਐਕਟੀਵੇਟ ਕੀਤਾ ਗਿਆ ਔਰ ਅਸੀਂ ਨਵੀਂ ਜਿਹੜੀ ਰੀਆਰਗੇਨਾਈਜ਼ੇਸ਼ਨ ਦੀ ਖੜੀ ਸਾਡੀ ਹੋ ਰਹੀ ਹੈ। ਨਵੀਂ ਪਾਰਟੀ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਕਦੇ ਰਾਜ ਪ੍ਰਬੰਧ ਦੇ ਵਿੱਚ ਹਿੱਸਾ ਨਹੀਂ ਲਿਆ। ਜਿਹੜੇ ਸਾਡੇ ਬੰਦੇ ਆ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਹੋਇਆ ਕਿ ਅਸੀਂ ਲੋਕਾਂ ਦੀਆਂ ਤਕਲੀਫਾਂ ਜਿੱਥੇ ਜਾ ਕੇ ਲੈ ਕੇ ਜਾਂਦੇ ਹਾਂ ਹੱਲ ਕਰਾਉਣ ਦੀ ਕੋਸ਼ਿਸ਼ ਕਰਨਾ। ਅਸੀਂ ਅਧਿਕਾਰੀਆਂ ਦੇ ਨਾਲ ਬੇਮਤਲਬ ਉਲਝਾ ਤੋਂ ਪਾਸੇ ਰਹਿਣਾ। ਕਿ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਆਪਣਾ ਦਫ਼ਤਰ 24 ਘੰਟੇ ਖੁੱਲ੍ਹਾ ਹੁੰਦਾ ਔਰ ਇੱਥੇ ਸਾਡਾ ਇੱਕੋ ਹੀ ਕਾਉਂਸਲਰ ਹੈ ਐਡਵੋਕੇਟ ਸੁਖਦੀਪ ਸਿੰਘ ਢਿੱਲੋਂ। ਉਹ ਹਰ ਸਮੇਂ ਐਕਟਿਵ ਰਹਿੰਦਾ, ਭਾਵੇਂ ਕਾਰਪੋਰੇਸ਼ਨ ਦਾ ਕੰਮ ਹੋਵੇ ਜਾਂ ਕਿਤੇ ਹੋਰ ਹੋਵੇ। ਜਿਹੜੇ ਸਾਡੇ ਆਰਗੇਨਾਈਜੇਸ਼ਨ ਦੇ ਬੰਦੇ ਆ ਉਹਦੇ ਨਾਲ ਜੁੜੇ ਹੁੰਦੇ ਆ। ਪਰ ਕਈ ਵਾਰ ਮੈਂ ਤੁਹਾਨੂੰ ਇੱਕ ਆਪਦੀ ਹੱਡ ਬੀਤੀ ਦੱਸਣ ਲੱਗਿਆ ਜੀ ਕਿ ਮੈਂ ਰਾਤ ਨੂੰ 12:30 ਵਜੇ ਸੁੱਤਾ ਪਿਆ ਸੀ। ਮੇਰਾ ਫੋਨ ਬੈਲ ਆਈ, ਮੈਂ ਉਹ ਫੋਨ ਚੱਕ ਲਿਆ। ਫੋਨ ਚੱਕਿਆ ਤੇ ਅੱਗੋਂ ਜਿਹੜਾ ਬੰਦਾ ਸੀ ਉਹਦੀ ਕੁੱਟ ਲੱਗੀ ਵੀ ਸੀ। ਮੈਂ ਕਿਹਾ ਦੱਸੋ ਮੈਨੂੰ ਐਸੀ ਕਿ ਤਕਲੀਫ ਹੋਊ 12:30 ਵਜੇ। ਮੈਂ ਕਿਹਾ ਦੱਸੋ ਬਾਈ ਜੀ ਕੀ ਹੁਕਮ ਹੈ? ਕਹਿੰਦਾ ਜੀ ਮੈਂ ਤਾਂ ਬੇਦ ਹੀ ਸੀ ਵੀ ਤੁਸੀਂ ਹਰੇਕ ਦਾ ਫੋਨ ਜਦੋਂ ਐਮਸੀ ਸੀ ਪ੍ਰਧਾਨ ਸੀ ਚੱਕ ਲੈਂਦੇ ਸੀ, ਹੁਣ ਚੱਕਦੇ ਹੋ ਕਿ ਨਹੀਂ ਚੱਕਦੇ? ਮੈਂ ਤਾਂ ਹੁਣ ਵੀ ਚੱਕ ਲੈਣਾ, ਮੈਨੂੰ ਕੋਈ ਜੀ ਜੀ ਜੀ। ਅਸੀਂ ਵੀ ਚੱਕਿਆ ਜੀ ਫੋਨ ਸਾਡੇ ਇੱਕ ਸਰੋਤੇ ਦਾ ਔਰ ਜਾਣੀਏ ਉਹਨਾਂ ਦੇ ਦਿਲ ਦੀ ਗੱਲ। ਹੈਲੋ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਜਨਾਬ, ਕੌਣ ਬੋਲ ਰਹੇ? ਮੈਂ ਪਰਮਜੀਤ ਸਿੰਘ ਦਾਤੇ ਵਾਸਤੇ ਬੋਲਦਾ ਜੀ, ਪ੍ਰਧਾਨ ਟੇਲਰ ਵਰਕਰ ਯੂਨੀਅਨ ਬਠਿੰਡਾ ਜੀ। ਹਾਂਜੀ ਸਰ, ਗਿੱਲ ਸਾਹਿਬ ਨੂੰ ਮੇਰੇ ਦੋ ਸਵਾਲ ਨੇਗੇ ਜੀ। ਇੱਕ ਤਾਂ ਪਹਿਲਾ ਜੀ ਜਿਹੜਾ ਕਿ ਫੂਡ ਸਪਲਾਈ ਦੇ ਵਿੱਚ ਕਣਕ ਦਾ ਘੁਟਾਲਾ ਹੋਇਆਗਾ ਉਹਦੇ ਸੰਬੰਧ ਦੇ ਵਿੱਚ ਪੁੱਛਣਾ ਚਾਹਣਾਗਾ ਵੀ ਇੱਕ ਤਾਂ ਉਹਨਾਂ ਨੇ ਘੁਟਾਲਾ ਕੀਤਾ ਜੀ, ਇੱਕ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਜੀ। ਮੈਂ ਗਿੱਲ ਸਾਹਿਬ ਨੂੰ ਬੇਨਤੀ ਥੋੜਾ ਜਿਹਾ ਇਹਦਾ ਬਹੁਤ ਸੰਖੇਪ ਚ ਦੱਸੋਗੇ ਕਿ ਕਿਸ ਕਿਸਮ ਦਾ ਘੁਟਾਲਾ ਕਿਹਦੀ ਗੱਲ ਕਰ ਰਹੇ ਹੋ? ਇਹੋ ਜੀ ਸੋਸ਼ਲ ਮੀਡੀਆ ਤੇ ਪੂਰਾ ਘੁਟਾਲਾ ਸਾਹਮਣੇ ਆਇਆ ਜੀ। ਜਿਹੜੀ ਕਣਕ ਆ ਉਹ ਚੋਰੀ ਕਰਦੇ ਨੇ, ਵਿੱਚੇ ਬੰਬੂ ਲਾ ਕੇ ਜੀ ਕਣਕ ਕੱਢ ਲੈਂਦੇ ਨੇਗੇ। ਇਹ ਬਠਿੰਡਾ ਦੀ ਗੱਲ ਹੈ ਜੀ? ਕਰਦੇ ਨੇ ਜੀ। ਮੇਰੀ ਗੱਲ ਸੁਣੋ ਜੀ, ਇਹ ਬਠਿੰਡਾ ਆਪਣੇ ਵਿਧਾਨ ਸਭਾ ਸ਼ਹਿਰੀ ਹਲਕੇ ਦੀ ਗੱਲ ਹੈ, ਕੋਈ ਘਟਨਾ? ਹਾਂਜੀ ਹਾਂਜੀ ਬਿਲਕੁਲ, ਬਠਿੰਡਾ ਵਿਧਾਨ ਸਭਾ ਸ਼ਹਿਰੀ ਹਲਕੇ ਦੀ ਗੱਲ ਕਰਦਾ ਜੀ ਮੈਂ ਜੀ। ਆਪਣੇ ਜੀ ਜਿਹੜਾ ਆਪਣਾ ਦਫ਼ਤਰ ਇਹਨਾਂ ਦਾ ਗੋਦਾਮ ਬਣਿਆ ਹੁੰਦਾ ਜੀ, ਉੱਥੋਂ ਬੰਬੂ ਲਾ ਕੇ ਉੱਥੋਂ ਕਣਕ ਕੱਢਦੇ ਨੇ ਜੀ। ਨੰਬਰ 2, ਜਿਹੜੀ ਕਣਕ ਦੇ ਉੱਤੇ ਤਰਪਾਲਾਂ ਪਾਉਣੀਆਂ ਚਾਹੀਦੀਆਂ ਹੁੰਦੀਆਂ ਉਹ ਬੁਰਾ ਹਾਲ ਕੀਤਾ ਹੋਇਆ ਸੀਗਾ। ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਜਾਂ ਤਾਂ ਜੀ ਜਿਨ੍ਹਾਂ ਨੇ ਮਤਲਬ ਇਹ ਘੁਟਾਲਾ ਚੱਕਿਆਗਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ, ਨਹੀਂ ਫਿਰ ਐਫਐਸਓ ਭਾਟੀਆ ਜਿਹੜੇ ਅਧਿਕਾਰੀ ਨੇਗੇ ਚਲੋ ਆਪਾਂ ਕਿਸ ਦਾ ਨਾਮ ਨਾ ਲਈਏ, ਉਹ ਇਨਕੁਆਇਰੀ ਚ ਆ ਜਾਣਗੀਆਂ ਗੱਲਾਂ। ਜੇ ਉਹਦੀ ਕੋਈ ਇਨਕੁਆਇਰੀ ਹੁੰਦੀ ਹੈ ਨਾਮ ਆ ਹੀ ਜਾਣਗੇ ਜਿਹੜੇ ਵੀ ਕੁਝ ਸੰਬੰਧਤ ਅਧਿਕਾਰੀ ਹੈਗੇ ਆ ਜੀ। ਸਰ ਮੈਂ ਇੱਕ ਬੇਨਤੀ ਹੋਰ ਕਰਦਾ ਜੀ, ਬਠਿੰਡੇ ਨੇ ਬਹੁਤ ਜ਼ੋਰ ਲਾਇਆ ਜਗਰੂਪ ਗਿੱਲ ਨੂੰ ਜਿਤਾਉਣ ਦੀ ਖਾਤਰ। ਇਹ ਸਾਡੇ ਐਮਐਲਏ ਨਹੀਂ, ਇਹ ਸਾਡੇ ਸਤਿਕਾਰਯੋਗ ਨੇ, ਸਾਡੇ ਅੰਕਲ ਜੀ ਨੇ ਜੀ। ਜੀ 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 ਸਰ। ਦਾਤਾ ਵਾਸੀਏ ਜਦੋਂ ਇਹ ਗੱਲ ਮੇਰੇ ਧਿਆਨ ਚ ਆਈ ਸੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹ ਡਾਇਰੈਕਟ ਅਸੀਂ ਕੋਈ ਵੀ ਐਕਸ਼ਨ ਨਾ ਜਗਰੂਪ ਸਿੰਘ ਕਰ ਸਕਦਾ, ਨਾ ਆਪਣੇ ਕੋਲੇ ਕੋਈ ਵਿਜੀਲੈਂਸ ਦੇ ਅਧਿਕਾਰ ਹੈ। ਹਰ ਦਾ ਇੱਕ ਪ੍ਰੋਸੈਸ ਹੁੰਦਾ ਹੈ। ਮੈਂ ਉਹਨਾਂ ਨੂੰ ਕਿਹਾ ਸੀ ਜੇ ਕੋਈ ਤੁਹਾਡੀ ਕੰਪਲੇਂਟ ਹੈਗੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿਓ, ਇਸ ਦੀ ਪੂਰੀ ਤਰ੍ਹਾਂ ਇਨਕੁਆਇਰੀ ਹੋਊਗੀ। ਅਗਰ ਕੋਈ ਵੀ ਅਧਿਕਾਰੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ 100% ਕਾਰਵਾਈ ਹੋਊਗੀ, ਕਿਉਂਕਿ ਸਟੇਟ ਲੈਵਲ ਤੇ ਵੀ ਫੂਡ ਸਪਲਾਈ ਦੇ ਵਿੱਚ ਸਰਕਾਰ ਨੇ ਜ਼ੀਰੋ ਟੋਲਰੈਂਸ ਰੱਖੀ, ਉਹਦੀਆਂ ਇਨਕੁਆਇਰੀਆਂ ਚੱਲ ਰਹੀਆਂ ਨੇ ਜੀ। ਸ਼ੁਕਰੀਆ ਜੀ ਦਾਤੇਵਾਸੀਆ ਜੀ ਕਾਲ ਕਰਨ ਲਈ। ਔਰ ਬਾਕੀ ਸਰੋਤਿਆਂ ਨੂੰ ਵੀ ਮੈਂ ਕਹੂੰਗਾ ਜੇਕਰ ਸਰਦਾਰ ਜਗਰੂਪ ਸਿੰਘ ਗਿੱਲ ਹੋਰਾਂ ਨਾਲ ਕੋਈ ਗੱਲ ਕਰਨੀ ਹੈ ਤਾਂ 0164224331 ਤੇ ਉਹ ਕਾਲ ਕਰ ਸਕਦੇ ਆ ਔਰ 0164224331 ਯਾਨੀ ਕਿ 01642240331 ਤੇ ਕਾਲ ਕਰਕੇ ਤੁਸੀਂ ਆਪਣੀ ਕੋਈ ਸਮੱਸਿਆ ਹੈ, ਕੋਈ ਗੱਲ ਸਾਡੇ ਮਾਨਯੋਗ ਐਮਐਲਏ ਸਾਹਿਬ ਦੇ ਧਿਆਨ ਚ ਲਿਆਉਣੀ ਹੈ ਤਾਂ ਜ਼ਰੂਰ ਤੁਸੀਂ ਲਿਆ ਸਕਦੇ ਹੋ। ਔਰ ਇਸ ਤੋਂ ਬਾਅਦ ਇੱਕ ਹੋਰ ਗੱਲ ਜਿਹੜੀ ਕਿ ਵੈਸੇ ਤਾਂ ਕਈ ਸਵਾਲ ਹੈ ਜਿਹੜੇ ਲੈਰੀ ਸਾਹਿਬ ਨੇ ਵੀ ਪੁੱਛ ਲਏ ਸੀਗੇ। ਬਜਟ ਨੂੰ ਜਨਤਾ ਬਜਟ ਕਿਹਾ ਗਿਆ ਔਰ ਵੈਸੇ ਤਾਂ ਸਾਰੇ ਪੰਜਾਬ ਦੇ ਵਿਕਾਸ ਦੀ ਗੱਲ ਹੀ ਕਰਨੀ ਸੀ ਮਾਨਯੋਗ ਖਜ਼ਾਨਾ ਮੰਤਰੀ ਸਾਹਿਬ ਨੇ, ਪਰ ਉਹ ਸਾਰੇ ਦੇ ਵਿੱਚੋਂ ਕੋਈ ਛਾਣ-ਪੁੰਨ ਕਰਕੇ ਕੋਈ ਉਹਦੇ ਵਿੱਚੋਂ ਭਾਲ-ਭੂਲ ਕੇ ਜਿੱਥੇ ਤੁਹਾਨੂੰ ਹੋਰ ਲੱਗਦਾ ਹੈ ਕਿ ਬਠਿੰਡਾ ਦੇ ਵਿਕਾਸ ਦੀ ਜਿਹੜੀ ਰਫ਼ਤਾਰ ਹੈ ਹੋਰ ਤੇਜ਼ ਹੋਊਗੀ, ਹੋਰ ਕਿਹੜੇ-ਕਿਹੜੇ ਪਾਸੇ ਲੋਕੀ ਉਡੀਕਣ ਕੇ ਇਸ ਪਾਸੇ ਵਿਸਥਾਰ ਤੇ ਵਿਕਾਸ ਹੈ ਜਿਹੜਾ ਉਹਦੇ ਵਿੱਚ ਰਫ਼ਤਾਰ ਪਕੜਨ ਲੱਗੀ ਹੈ ਜੀ ਸਰਕਾਰ? ਦੇਖੋ ਅਰੋੜਾ ਸਾਹਿਬ, 3 ਪੁਲਾਂ ਦੀ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਕਰ ਚੁੱਕਿਆ ਜੀ। ਔਰ ਸੈਕੰਡ ਜਿਹੜੀ ਸਾਡੀ 50-60-70 ਹਜ਼ਾਰ ਦੀ ਆਬਾਦੀ ਹੈ ਲੈਣੋ ਪਾਰ ਦੀ
ਜੀ ਸਾਡੇ ਪਾਸ, ਕਿਉਂਕਿ ਪਿਛਲੇ ਜਿਹੜੇ ਮੈਥੋਂ ਪਹਿਲਾਂ MLA ਰਹੇ ਜਾਂ ਮੰਤਰੀ ਰਹੇ, ਉਹਨਾਂ ਨੇ ਆਪਦੇ ਪਰਸਨਲ ਮੈਨੀਫੈਸਟੋ ਦੇ ਵਿੱਚ ਵੀ ਦਰਜ ਕੀਤਾ ਸੀ ਕਿ ਉਹਦੇ ਇੱਕ ਸੈਰਗਾਹ ਬਣਾਈ ਜਾਊਗੀ। ਜੀ ਮੈਂ ਲੋਕਾਂ ਨੂੰ ਯਕੀਨ ਦਿਵਾ ਕੇ ਗਿਆ ਸੀ ਕਿ 100% ਇਸ ਇਲਾਕੇ ਸੈਰਗਾਹ ਬਣੂਗੀ, ਔਰ ਤੁਸੀਂ ਆਉਣ ਵਾਲੇ 3 ਮਹੀਨੇ 4 ਮਹੀਨੇ ਦੇਖੋਗੇ ਕਿ ਇਹ ਕੰਮ ਇਨ ਪ੍ਰੋਗਰੈਸ ਹੋਏਗਾ। ਜਿਹੜਾ ਜਨਤਾ ਨਗਰ ਤੋਂ ਲੈ ਕੇ ਰਿੰਗ ਰੋਡ ਤੱਕ ਬਹੁਤ ਵਧੀਆ ਸੈਰਗਾਹ ਲੋਕਾਂ ਦੇ ਸੈਰ ਕਰਨ ਦੇ ਲਈ, ਜਿੱਥੇ ਪੁਰਾਣੇ ਟਾਹਲੀ ਦੇ ਦਰਖਤ, ਕਿੱਕਰ ਦੇ, ਨਿੰਮ ਦੇ, ਰਵਾਇਤੀ ਦਰਖਤਾਂ ਦੇ ਥੱਲੇ ਉਹਨਾਂ ਨੂੰ ਆਕਸੀਜਨ ਦੇ ਵਿੱਚ ਸੈਰ ਕਰਨ ਦਾ ਵਧੀਆ ਮੌਕਾ ਮਿਲਿਆ ਕਰੇਗਾ। ਜੀ ਤੋ ਕਿਉਂਕਿ ਚੰਗੀ ਸਿਹਤ ਦੇ ਨਾਲ ਹੀ ਸਾਡਾ ਵਿਕਾਸ ਹੈ ਜਿਹੜਾ ਉਹ ਸੰਭਵ ਹੁੰਦਾ ਹੈ। ਸੋ ਚੰਗੀ ਸਿਹਤ ਦੇ ਲਈ ਜੋ ਤੰਦਰੁਸਤੀ ਹੈ ਉਹ ਵੀ ਜ਼ਰੂਰੀ ਹੈ, ਸਾਫ਼ ਸੁਥਰਾ ਵਾਤਾਵਰਨ ਵੀ ਜ਼ਰੂਰੀ ਹੈ। ਇੱਕ ਅਸੀਂ ਇੱਧਰ ਬੇਸ਼ੱਕ ਇਹ ਨੈਸ਼ਨਲ ਹਾਈਵੇ ਦਾ ਹੀ ਮੁੱਦਾ ਹੈ ਤੇ ਇਹ ਵੀ ਅਸੀਂ ਇੱਕ ਦੇਖ ਸੁਣ ਰਹੇ ਹਾਂ, ਹੋ ਸਕਦਾ ਗੱਲ ਤੁਹਾਡੇ ਤੱਕ ਵੀ ਪਹੁੰਚੀ ਹੋਣੀ ਹੈ। ਡਬਲ ਦੀ ਰੋਡ ਹੈ ਜਿਹੜੀ, ਉਸ ਨੂੰ ਚੌੜਿਆਂ ਕਰਨ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ, ਔਰ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਕੁਝ ਸ਼ਿਕਾਇਤ ਹੈ ਕਿ ਬਣਦਾ ਮੁਆਵਜ਼ਾ ਹੈ ਜਿਹੜਾ ਉਹ ਨਹੀਂ ਦਿੱਤਾ ਗਿਆਗਾ ਜਿਹੜੇ ਮਾਲਕ ਹੈ ਉੱਥੋਂ ਦੇ, ਔਰ ਕੁਝ ਲੋਕਾਂ ਨੇ ਦਰਖਤਾਂ ਨੂੰ ਵੱਢਣ ਦੀ ਵੀ ਜਿਹੜੀ ਵਿਰੋਧਤਾ ਕੀਤੀ ਹੈ। ਇਹ ਮੁੱਦੇ ਦੇ ਬਾਰੇ ਕੋਈ ਤੁਹਾਡੇ ਧਿਆਨ ਚ ਆਇਆ ਜਾਂ ਤੁਹਾਡੀ ਕੋਈ ਇਹਦੇ ਵਿੱਚ ਦਖਲ ਹੋਈ ਹੈ ਸਾਰੇ ਨੂੰ ਐਮੀਕੇਬਲੀ ਸੈਟਲ ਕਰਨ ਦੀ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੀ ਇਹਦੇ ਵਿੱਚ ਇਨਵੋਲਵ ਹੈ ਜੀ? ਕਿਉਂਕਿ ਰੋੜਾ ਸਾਹਿਬ ਉਹ ਬਹੁਤਾ ਜਿਹੜਾ ਹੈਗਾ ਪਿੰਡ ਬਠਿੰਡਾ ਦਿਹਾਤੀ ਨਾਲ ਸੰਬੰਧਿਤ ਹੈ, ਪਰ ਜਿੰਨਾ ਕਿ ਮੇਰੇ ਧਿਆਨ 'ਚ ਹੈ ਲੋਕਾਂ ਦਾ ਜਿਹੜਾ ਰੋਸ ਇਹ ਹੈ ਕਿ ਉੱਥੇ ਉਸ ਸਮੇਂ ਦੇ ਸੱਤਾਧਾਰੀ ਬੰਦਿਆਂ ਨੇ ਕੁਝ ਜ਼ਮੀਨਾਂ ਜਿਹੜੀਆਂ ਜਾਂ ਮੇਨ ਰੋਡ ਦੇ ਉੱਤੇ ਲੱਗਦੇ ਉਹਨਾਂ ਦਾ CLU ਕਰਾ ਕੇ ਉਹ ਵੱਧ ਰੇਟ ਲੈ ਲਏ ਔਰ ਦੂਜੇ ਬੰਦਿਆਂ ਨੂੰ ਘੱਟ ਰੇਟ ਮਿਲੇ ਹੈ। ਮੈਂ ਸਮਝਦਾ ਯੂਨੀਫਾਈਡ ਰੇਟ ਹੋਣੇ ਚਾਹੀਦੇ ਸੀ। ਜੇ ਕਿਸੇ ਕੋਲੇ ਉਸ ਸਮੇਂ ਇਹ CLU ਕਰਾਉਣ ਦੀ ਸਮਰੱਥਾ ਨਹੀਂ ਸੀ ਤਾਂ ਉਹ ਇੰਨੇ ਘੱਟ ਰੇਟ ਨਹੀਂ ਦੇਣੇ ਚਾਹੀਦੇ ਸੀ। ਉਹ ਜ਼ਰੂਰ ਸੈਂਟਰ ਗਵਰਨਮੈਂਟ ਨੇ ਉਹ ਪੇ ਕਰਨੇ ਹੈ, ਉਹ ਵੱਧ ਦਿੱਤੇ ਜਾਣੇ ਚਾਹੀਦੇ ਸੀ। ਔਰ ਜਿੱਥੋਂ ਤੱਕ ਸਵਾਲ ਤੁਸੀਂ ਕਿਹਾ ਵੀ ਜਿਹੜੀ ਹੋਰ ਕੋਈ ਪ੍ਰੋਗਰੈਸ ਦੀ ਗੱਲ ਹੈ, ਜਿਹੜਾ ਬਠਿੰਡੇ ਸ਼ਹਿਰ ਦੀ ਜਿਹੜੀ ਮੈਂ ਗੱਲ ਕਰਦਾ, ਇੱਥੇ ਕਿਸੇ ਸਮੇਂ ਜਦੋਂ ਪ੍ਰਾਪਰਟੀਆਂ ਦਰਜ ਹੁੰਦੀਆਂ ਸੀ TS7 ਲਾਗੂ ਸੀ, ਜਿਹੜੇ ਜਿੱਥੋਂ ਪ੍ਰਾਪਰਟੀ ਦੇ ਵਿੱਚ ਮਾਲਕ ਦਾ ਨਾਂ ਕਿਰਾਏਦਾਰ ਦਾ ਦਰਜ ਹੁੰਦਾ ਸੀ। ਹੁਣ PT1 ਲਾਗੂ ਹੋ ਗਿਆ, ਪ੍ਰਾਪਰਟੀ ਟੈਕਸ 1। ਲੋਕਾਂ ਨੂੰ ਰਜਿਸਟਰੀਆਂ ਕਰਾਉਣ 'ਚ ਬਹੁਤ ਦਿੱਕਤ ਆਉਂਦੀ ਹੈ, ਲਿਮਟਾਂ ਬਣਾਉਣ 'ਚ ਵਪਾਰੀਆਂ ਨੂੰ ਬਹੁਤ ਦਿੱਕਤ ਆਉਂਦੀ ਹੈ। ਮੈਂ ਮੁੱਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਚੁੱਕਿਆ ਸੀ ਔਰ ਮੈਂ ਇਸ ਦੇ ਉੱਤੇ ਵਰਕਆਊਟ ਕਰ ਰਿਹਾ ਕਿ ਦੋਹਾਂ ਨੂੰ ਇਕੱਠਾ ਕਰਕੇ ਕੋਈ ਡਾਕੂਮੈਂਟ ਲੀਗਲੀ ਸਰਕਾਰ ਦੇ ਧਿਆਨ 'ਚ ਲਿਆ ਰਹੇ ਬਣਾਇਆ ਜਾਵੇ, ਤਾਂ ਕਿ ਪੰਜਾਬ ਪੱਧਰ ਦਾ ਮੁੱਦਾ ਜਿਹੜੇ ਸ਼ਹਿਰਾਂ 'ਚ ਵੱਸਦੇ ਲੋਕ ਹੈ ਉਹ ਆਪਣੀ ਪ੍ਰਾਪਰਟੀ ਨਾਲ ਲਿਮਟ ਬਣਾ ਕੇ ਆਪਣੇ ਕਾਰੋਬਾਰ ਵੀ ਕਰ ਸਕਣ, ਉਹਨਾਂ ਤੇ ਕੋਈ ਤਲਵਾਰ ਨਾਲ ਲਟਕਦੀ ਰਹੇ ਕਿ ਅਸੀਂ ਰਜਿਸਟਰੀਆਂ ਕਿਵੇਂ ਕਰਵਾਵਾਂਗੇ। ਜੀ ਇੱਕ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜੇ ਆ ਜੀ, ਆਓ ਜਾਣੀਏ ਕੀ ਉਹਨਾਂ ਦੇ ਦਿਲ ਦੀ ਗੱਲ। ਹੈਲੋ ਸਤਿ ਸ੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ, ਆਪਣੀ ਜਾਣ ਪਛਾਣ ਕਰਾ ਦਿਓ। ਪਵਨ ਕੁਮਾਰ ਬੋਲਦਾ ਜੀ ਮੈਂ। ਕਿਹੜੀ ਜਗ੍ਹਾ ਤੋਂ ਜਨਾਬ? ਮੈਂ ਜੀ ਆਪਣਾ ਪਰਸਰਾ ਨਗਰ ਗਲੀ ਨੰਬਰ 36 ਪੈਟਰੋਲ ਪੰਪ ਪਾਸ ਕੋਲ। ਜੀ ਜੀ ਜੀ, ਨਾਮ ਤੁਸੀਂ ਦੱਸਿਆ? ਕਮਲ ਕੁਮਾਰ? ਪਵਨ ਕੁਮਾਰ ਜੀ, ਪਵਨ ਜੀ ਜੀ ਹਾਂਜੀ, ਜਗਰੂ ਗਿੱਲ ਸਾਹਿਬ ਨਾਲ ਗੱਲ ਕਰਨੀ ਹੈ ਜੀ। ਜੀ ਬਿਲਕੁਲ, ਤੁਹਾਡੀ ਗੱਲ ਸੁਣ ਰਹੇ ਆ, ਬੋਲੋ ਤੁਸੀਂ। ਹਾਂਜੀ, ਇੱਕ ਤਾਂ ਇਹ ਸੀ ਆਪਣਾ ਰੇਲਵੇ ਗਰਾਊਂਡ ਜਿਹੜਾ ਪੁਲ ਹੈ ਨਹੀਂ, ਅੰਡਰ ਪੁਲ ਹੈ ਜੀ, ਰੇਲਵੇ ਰੋਡ ਦਾ, ਇੱਕ ਤਾਂ ਉੱਤੇ ਜੀ ਲਾਈਟਾਂ ਨਹੀਂ ਹਾਲ ਤੱਕ ਲੱਗੀਆਂ ਜੀ, ਬਹੁਤ ਵਾਰੀ ਅਖਬਾਰਾਂ 'ਚ ਵੀ ਲੱਗੀਆਂ, ਹੋਰ ਵੀ ਜੀ। ਠੀਕ ਹੈ। ਤੇ ਇੱਕ ਉੱਥੇ ਜਿਹੜੇ ਸਫਾਈ ਕਰਦੇ ਨੇ ਜੀ, ਉਹ ਜਿਹੜੀਆਂ ਉੱਤੇ ਲਾਈਆਂ ਹੋਈਆਂ ਪੱਥਰ ਦੀਆਂ ਟਾਈਲਾਂ ਲਾਈਆਂ ਹੋਈਆਂ ਸਫਾਈ ਲੈਣ ਦੇ ਉੱਪਰ ਲੱਗੀਆਂ ਹੋਈਆਂ, ਤੇ ਉਹ ਉੱਚੀਆਂ ਨੀਵੀਆਂ ਕੀਤੀਆਂ ਹੋਈਆਂ ਜੀ। ਉਹਦੇ ਲੋਕਾਂ ਦੇ 2 ਤਾਂ ਪੱਟੀਆਂ ਗਈਆਂ ਜਦ ਮੈਂ ਸਵੇਰੇ ਟੱਪਿਆ ਉੱਤੋਂ ਜੀ। ਜੀ ਤੇ ਜਦੋਂ ਪਾਣੀ ਖੜਦਾ ਤਾਂ ਕਿਤੇ ਥੱਲੇ ਦਿੰਦੇ ਨਹੀਂ ਕੋਈ ਵੀ ਕਿੱਥੇ ਉਹ ਹੈਗੀ ਆ, ਕਿੱਥੇ ਟੱਪਣਾ ਆਪਾਂ। ਤੇ ਇੱਕ ਗਿੱਲ ਸਾਹਿਬ ਨੂੰ ਇਹ ਪੁੱਛਣਾ ਸੀ ਜੀ ਵੀ ਅੱਗੇ ਨਾ 36 ਨੰਬਰ ਤੋਂ ਅੱਗੇ ਜਦੋਂ ਆਪਾਂ ਰੋਡ ਨੂੰ ਚੜ੍ਹਦੇ ਆਂ ਬਹਿਮਣ ਵੱਲ ਨੂੰ। ਜੀ ਹੈਲੋ ਜੀ ਜੀ, ਤੁਹਾਡੀ ਆਵਾਜ਼ ਆ ਰਹੀ ਹੈ, ਜਾਰੀ ਰੱਖੋ ਆਪਦੀ ਗੱਲ। ਹਾਂਜੀ, ਉੱਥੇ ਨਾ ਇੱਕ ਜੀ ਟਾਲ ਆ ਜੀ, ਹਰੇ ਦੀ ਟਾਲ ਹੈ। ਇਹਨਾਂ ਨੇ ਦੇਖਿਆ ਵੀ ਹੋਣਾ ਉੱਥੇ ਜੀ ਇੰਨੇ ਅਵਾਰਾ ਪਸ਼ੂ ਆ ਜੀ, ਰੋਜ਼ ਰਾਤ ਨੂੰ ਸਵੇਰੇ ਸ਼ਾਮ ਸੜਕ ਦੇ ਉੱਤੇ ਹੀ ਬੱਚੇ ਰਹਿੰਦੇ ਆ ਜੀ। ਤੁਸੀਂ ਇਹਨਾਂ ਨੇ ਉਹ ਕਮੇਟੀਆਂ ਵਾਲਿਆਂ ਨੇ ਲਾ ਲਓ ਗਊਸ਼ਾਲਾ ਟਰਾਲੀਆਂ ਭੇਜੀਆਂ ਜੀ ਸਾਰੀਆਂ ਕਿਤੇ, ਵੀ ਟਰਾਲੀਆਂ 'ਚ ਹਰਾ ਪਾਉਣਾ ਜੀ, ਬਾਹਰ ਨਹੀਂ ਪਾਉਣਾ। ਉੱਥੇ ਕੋਈ ਇੰਤਜ਼ਾਮ ਨਹੀਂ, ਕੋਈ ਟਰਾਲੀ ਨਹੀਂ, ਕੋਈ ਹੁੰਦੀ, ਸਾਰੇ ਲੋਕ ਉੱਥੇ ਬਾਹਰ ਪਾਉਂਦੇ ਆ ਜੀ। ਜੀ ਤੁਹਾਡੇ ਹੀ ਵਾਰਡ ਦੇ ਮੈਨੂੰ ਇਹ ਸਾਥੀ ਲੱਗਦੇ ਆ। 2 ਉਹਨਾਂ ਦੀਆਂ ਸਮੱਸਿਆਵਾਂ, ਜਿਹੜੀ ਇੱਕ ਤਾਂ ਸਮੱਸਿਆ ਵੱਡੀ ਮੈਂ ਵੀ ਮਹਿਸੂਸ ਕਰਦਾ ਕੋਈ ਹੈਗੀ ਹੈ ਜੀ। ਇਹ ਪਵਨ ਜੀ ਸਮੱਸਿਆ ਜਿਹੜੀ ਹੈਗੀ ਨਾ ਅਵਾਰਾ ਪਸ਼ੂਆਂ ਦੀ ਸਾਰੇ ਪੰਜਾਬ ਦੀ, ਇਸ ਦੇ ਉੱਤੇ ਵਰਕਆਊਟ ਕਰਨਾ। ਮੈਂ ਬਠਿੰਡੇ ਬਾਰੇ ਪੂਰੀ ਤਰ੍ਹਾਂ ਚਿੰਤਤ ਹਾਂ। ਉਹਨਾਂ ਨੇ ਇੱਕ ਇਲਾਕੇ ਦੀ ਗੱਲ ਪਾਰਟੀ ਉਹੀ ਗੱਲ ਹੈ, ਤੁਸੀਂ ਪਾਰਟੀਕੂਲਰ ਇਲਾਕੇ ਦੀ ਜਿਹੜੀ ਗੱਲ ਕੀਤੀ ਹੈ,
ਪਰਸਰਾਮ ਨਗਰ ਦੇ ਵਿੱਚ ਅਗਰ ਇੱਥੇ ਕੋਈ ਹੈਗਾ, ਲੋਕਾਂ ਨੂੰ ਵੀ ਆਪਾਂ ਸਮਝਾਓ, ਮੈਂ ਵੀ ਮੀਟਿੰਗ ਕਰੂੰਗਾ ਆ ਕੇ, ਕਿ ਉਹ ਟਰਾਲੀਆਂ ਦੇ ਵਿੱਚ ਹਰਾ ਪਾਉਣ। ਪਤਾ ਕੀ ਹੈ ਜੀ, ਨਹੀਂ ਉੱਤੇ ਨਹੀਂ ਮਤਲਬ 8 ਕਿ 10 ਸਾਲ ਹੋ ਗਏ ਘੱਟੋ ਘੱਟ ਜੀ ਉਹ ਟਾਲ ਖੁੱਲੀ ਨੂੰ, ਤੇ ਉਹ ਹਰਾ ਸਾਰੇ ਲੋਕ ਉੱਥੇ ਨਾਲ ਹੀ ਪਾਉਂਦੇ ਆ, ਤੇ 15-20 ਪਸ਼ੂ ਰੋਜ਼ ਉੱਤੇ ਖੜੇ ਆ। ਕਿਉਂ ਮੈਂ ਰਾਤ ਨੂੰ ਸਾਈਕਲ ਜਾਂਦਾ, ਮੇਰੀ ਗੱਲ ਸੁਣ, ਪਿਛਵਾੜ ਕੋਲ ਵਿੱਚ ਮੈਂ ਛੋਟੀ ਜਿਹੀ ਦੁਕਾਨ ਕਰਦਾ ਕਰਿਆਨੇ ਦੀ, ਤੇ ਇੱਕ ਤਾਂ ਉੱਥੇ ਆਏ ਜੀ ਜਿੱਥੇ ਐਸ਼ ਨਿਕਲਦੀ ਉੱਥੇ ਟਰੱਕਾਂ ਦਾ ਬੁਰਾ ਹਾਲ ਆ ਜੀ, ਕੋਈ ਸੜਕ ਟੁੱਟੀ, ਇੱਕ ਉੱਥੇ ਲਾਈਟਾਂ ਨਹੀਂ ਲੱਗੀਆਂ ਹਾਲ ਤੱਕ, ਰਾਤ ਨੂੰ ਬਹੁਤ ਔਖਾ ਹੀ ਪ੍ਰੋਬਲਮ ਬਹਿਮਣ ਰੋਡ ਤੇ। ਜਿੱਥੋਂ ਤੱਕ ਬਹਿਮਣ ਰੋਡ ਤੇ ਲਾਈਟਾਂ ਦਾ ਸੰਬੰਧ ਹੈ, ਉਹ ਕੁਛ ਏਰੀਆ ਦਾ ਜਿਹੜਾ ਹੈਗਾ ਉਹ ਪੈ ਜਾਂਦਾ ਹੈ ਆਊਟ ਆਫ ਲਿਮਿਟ, ਔਰ ਜਿਹੜੇ ਰਹਿ ਗਏ ਨੇ ਉਸ ਤੇ ਮੈਂ ਕਮਿਸ਼ਨ ਨੂੰ ਕਹਿ ਕੇ ਜਿਹੜੀਆਂ ਲਾਈਟਾਂ ਕੋਈ ਲੱਗਣ ਵਾਲੀਆਂ ਨੇ ਉਸ ਦਾ ਪ੍ਰਬੰਧ ਕਰਵਾ ਦੂੰਗਾ। ਭਾਵੇਂ ਕਾਰਪੋਰੇਸ਼ਨ ਨੂੰ ਚਾਹੀਦਾ ਸੀ, ਇਦੋਂ ਪਹਿਲਾਂ ਵੀ ਕਾਰਪੋਰੇਸ਼ਨ ਦਾ ਕੰਮ ਹੈ ਇਹ, ਪਰ ਮੈਂ ਕਿਉਂਕਿ ਵਿਧਾਇਕ ਹਾਂ, ਮੇਰੀ ਵੱਡੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਧਿਆਨ 'ਚ ਲਿਆਂਦਾ, ਜ਼ਰੂਰ ਇਸ ਤੇ ਕੰਮ ਹੋਏਗਾ। ਅੰਡਰਬ੍ਰਿਜ ਦਾ ਸਰ ਜਿਹੜਾ ਪਵਨ ਜੀ ਜਿਹੜਾ ਅੰਡਰਬ੍ਰਿਜ ਦੀ ਗੱਲ ਤੁਸੀਂ ਕਰਦੇ ਹੋ, ਮੈਂ ਸਮਝ ਨਹੀਂ ਸਕਿਆ ਕਿਹੜੇ ਬ੍ਰਿਜ ਦੀ ਗੱਲ ਕਰ ਰਹੇ ਹੋ ਸਰ? ਉਸੇ ਦੀ ਜਿਹੜਾ ਰੇਲਵੇ ਸਟੇਸ਼ਨ ਦੇ ਨੇੜੇ ਹੈ, ਰੇਲਵੇ ਰੋਡ ਦਾ ਅੰਡਰਬ੍ਰਿਜ ਹੈ ਜੀ, ਉਹਦੇ ਵਿੱਚ ਲਾਈਟਾਂ ਪੁਲ ਥੱਲੇ ਲਾਈਟਾਂ ਹੈ ਨਹੀਂ ਜੀ, ਅੱਧੀਆਂ ਲਾਈਟਾਂ ਨਹੀਂ, ਟਾਈਲ ਦੀ ਕੀ ਗੱਲ ਕੀਤੀ ਹੈ ਤੁਸੀਂ? ਉਹ ਜਿੱਥੇ ਜੀ ਪਾਣੀ ਪਾਉਂਦੇ ਨੇ ਥੱਲੇ ਖਾਲੀ ਬਣੀ ਹੋਈ ਆ, ਉਹ ਜਿੱਥੇ ਇਹਨਾਂ ਦੇ ਉੱਪਰ ਰੱਖੀਆਂ ਹੋਈਆਂ। ਅੱਛਾ, ਉਹਦੇ ਉੱਤੇ ਨਾਲੀ ਦੇ ਉੱਤੇ ਟਾਈਲਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਰੱਖੇ ਹੋਣਗੇ ਲੋਹੇ ਦੇ? ਨਹੀਂ, ਲੋਹੇ ਦੇ ਨਹੀਂ ਜੀ, ਸੀਮੈਂਟ ਦੀਆਂ ਸਲੈਬਾਂ ਬਣੀਆਂ ਜੀ, ਹਫ਼ਤਾ 8 ਦਿਨ ਹੋਇਆ ਉੱਤੇ ਸਫਾਈ ਕੀਤੀ ਸੀ। ਕੋਈ ਨਹੀਂ, ਅੱਜ ਹੀ ਚੈੱਕ ਹੋਗੇ ਤੁਹਾਡੀ ਜਿਹੜੀ ਸਮੱਸਿਆ ਹੈ ਕਾਰਪੋਰੇਸ਼ਨ ਕਮਿਸ਼ਨ ਨੂੰ ਮੈਂ ਕਹੂੰਗਾ। ਦੋ ਤਿੰਨ ਥਾਂ ਤੇ ਗੈਪ ਬਹੁਤ ਜ਼ਿਆਦਾ ਜੀ, ਦੋ ਥਾਂ ਤੇ ਅੱਜ ਹੀ ਕਹੂੰਗਾ। ਕਿਉਂਕਿ ਬਾਰਿਸ਼ ਦਾ ਪਾਣੀ ਖੜਦਾ ਤਾਂ ਕਹਿੰਦੇ ਉੱਥੇ ਹਾਦਸੇ ਹੋਣ ਦਾ ਖਤਰਾ। ਕੋਈ ਨਹੀਂ ਪਵਨ ਜੀ, ਤੁਹਾਡੀ ਬਹੁਤ ਜੈਨੂਇਨ ਡਿਮਾਂਡ ਹੈ। ਔਰ ਗੱਲ ਸਾਹਿਬ ਤੁਸੀਂ ਇੱਕ ਨਾ ਜੀ ਨਿੱਕੀ ਜੀ ਗੱਲ ਹੋਰ ਸੀ ਜੀ। ਜੀ ਇੱਕ ਨਾ ਪੈਟਰੋਲ ਪੰਪ ਤੋਂ ਲੈ ਕੇ ਜੇ ਅੱਗੇ ਜੇ ਨਹਿਰ ਤੱਕ ਵਿਚਾਲੇ ਜਿਹੜੀਆਂ ਅੱਗੇ ਜਾ ਕੇ ਚੱਕੀ ਹੈ ਜੀ, ਗੋਲ ਚੱਕੀ ਆ, ਉੱਥੇ ਪਾਣੀ ਬਹੁਤ ਖੜਦਾ ਜੀ, ਮੀਂਹ ਦਾ, ਸੜਕਾਂ ਉੱਚੀਆਂ ਜੀ, ਵਿਚਾਲੇ ਸੜਕ ਨੀਵੀਂ ਆ, ਉਹ ਉੱਥੇ ਸਾਈਡ ਤੇ ਨਾ ਜਾਲੀਆਂ ਨਾ ਕੋਈ ਇੰਤਜ਼ਾਮ ਆ ਜੀ, ਜਿਹੜੇ ਸੀਵਰ ਦੇ ਟੱਕਰ ਉਹ ਪਾਸੇ ਲੱਗੇ ਹੋਏ ਆ ਪੈਪਾ ਪੰਜਾਂ। ਤੁਸੀਂ ਐਮਸੀ ਦੇ ਧਿਆਨ 'ਚ ਲੈਂਦਾ ਉਹਦੇ ਇਲਾਕੇ ਦੇ ਇਹ? ਐਮਸੀ ਦਾ ਜੀ ਹੁਣ ਸਾਧੂ ਸਿੰਘ ਰਾਜ ਨੂੰ ਇੱਕ ਦੋ ਵਾਰੀ ਫੋਨ ਕੀਤਾ, ਸਾਡੀ ਗਲੀ ਦੀ ਪ੍ਰੋਬਲਮ ਇਹੀ ਸੀ ਜੀ, ਉੱਥੇ ਵੀ ਸਾਡੇ ਹੰਪ ਉੱਚਾ ਬਣਾਇਆ ਪਿਆ, ਸਾਡੀ ਗਲੀ ਨੀਵੀਂ ਆ, ਸੜਕ ਮੂਹਰੇ ਉੱਚੀ ਹੈ ਜੀ, ਉੱਥੇ। ਚਲੋ ਜੀ, ਉਹਨੇ ਨਹੀਂ ਗੱਲ ਸੁਣੀ ਐਮਸੀ ਨੇ, ਤੁਸੀਂ ਮੇਰੇ ਧਿਆਨ 'ਚ ਲਿਆਂਦਾ, ਮੈਂ ਇਸ ਤੇ ਕੰਮ ਕਰੂੰਗਾ। ਸ਼ੁਕਰੀਆ ਜੀ ਪਵਨ ਜੀ ਕਾਲ ਕਰਨ ਲਈ। ਔਰ ਮੈਂ ਗਿੱਲ ਸਾਹਿਬ ਤੁਹਾਡੇ ਧਿਆਨ 'ਚ ਲਿਆ ਰਿਹਾ ਸੀਗਾ ਕਿ ਇਹ ਜਿੰਨੀਆਂ ਵੀ ਸਮੱਸਿਆਵਾਂ ਹੁਣ ਤੱਕ ਆ ਰਹੀਆਂ, ਇਹ ਐਮਐਲਏ ਦੇ ਲੈਵਲ ਦੀ ਹੈ ਹੀ ਨਹੀਂ, ਇਹ ਕਮਿਸ਼ਨ ਦੇ ਲੈਵਲ ਦੀ, ਨਗਰ ਨਿਗਮ ਦੀ ਗੱਲ ਹੈ। ਕਮਿਸ਼ਨਰ ਸਾਹਿਬ ਇੱਥੇ ਆ ਜਾਣ, ਲੋਕਾਂ ਦੀਆਂ ਸਮੱਸਿਆਵਾਂ ਸੁਣਨ। ਇਹ ਸਮੱਸਿਆਵਾਂ ਐਸੀਆਂ ਨਹੀਂ ਹੈਗੀਆਂ ਜਿਨ੍ਹਾਂ ਨੂੰ ਉਹਨਾਂ ਦਾ ਇੱਕ ਹੁਕਮ ਜਾਂ 15 ਮਿੰਟ 'ਚ ਦੂਰ ਨਹੀਂ ਹੋ ਸਕਦੀਆਂ ਹੈਗੀਆਂ। ਹੁਣ ਤੁਸੀਂ ਕਮਿਸ਼ਨਰ ਨੂੰ ਕਹੋਗੇ, ਗਾਂਵ ਕਰਨਗੇ, ਜੋ ਖੁਦ ਹੀ ਆ ਕੇ ਇਹਨਾਂ ਦੀਆਂ ਸਮੱਸਿਆਵਾਂ ਸੁਣ ਲੈਣ, ਤੇ ਸ਼ਹਿਰ ਵਾਸੀਆਂ ਦੀਆਂ ਬਹੁਤੀਆਂ ਸਮੱਸਿਆਵਾਂ ਨਗਰ ਨਿਗਮ ਦੇ ਨਾਲ ਹੀ ਜੁੜੀਆਂ ਹੁੰਦੀਆਂ। ਤਾਂ ਖੈਰ, ਤੁਸੀਂ ਇਹ ਦੱਸ ਰਹੇ ਸੀ ਕਿ ਵਿਧਾਨ ਸਭਾ ਦੇ ਵਿੱਚ ਤੁਸੀਂ ਕਈ ਮੁੱਦੇ ਹੈ ਜਿਹੜੇ ਉਹ ਚੱਕੇ ਹੈ। ਮੈਨੂੰ ਇਸ ਗੱਲ ਦੀ ਗੱਲ ਸਾਹਿਬ ਬੜੀ ਸੰਤੁਸ਼ਟੀ ਹੈ, ਬਦਲਾਵ ਦੀ ਜਦੋਂ ਗੱਲ ਹੁੰਦੀ ਹੈ ਤਾਂ ਵਿਧਾਨ ਸਭਾ ਦੀ ਕਾਰਵਾਈ ਆਮ ਤੌਰ ਤੇ ਜਦੋਂ ਵੀ ਕਦੇ, ਵੈਸੇ ਤਾਂ ਇਸ ਤੋਂ ਪਹਿਲਾਂ ਕਦੇ ਟੀਵੀ ਰੇਡੀਓ ਤੇ ਸੋਸ਼ਲ ਮੀਡੀਆ ਤੇ ਲਾਈਵ ਹੋਈ ਨਹੀਂ, ਪਰ ਲਾਈਵ ਜਦੋਂ ਹੋਈ ਤਾਂ ਇੰਨਾ ਦਿਲਚਸਪ ਸੀਗਾ ਕਿਉਂਕਿ ਉਹ ਇੱਕ ਸਟੀਰੀਓਟਿਪੀਕਲ ਗੱਲਾਂ ਨਹੀਂ ਹੋ ਰਹੀਆਂ ਸੀ ਉੱਥੇ। ਮੈਂ ਹੈਰਾਨ ਹੋ ਰਿਹਾ ਕਿ ਰੂਲਿੰਗ ਪਾਰਟੀ ਦੇ ਵਿਧਾਇਕ ਵੀ ਵਾਕਆਊਟ ਦੀ ਗੱਲ ਕਰ ਰਹੇ ਹੈ, ਸਵਾਲ ਪੁੱਛ ਰਹੇ ਹੈ, ਔਰ ਮੈਂ ਸਲੂਟ ਕਰਦਾ ਹਾਂ ਸਾਡੇ ਵਿਧਾਨ ਸਭਾ ਪੰਜਾਬ ਦੇ ਸਪੀਕਰ ਸਾਹਿਬ ਨੂੰ, ਜਿਨ੍ਹਾਂ ਨੇ ਇੱਕ ਬਹੁਤ ਹੀ ਨਿਰਪੱਖ ਰੋਲ ਹੈ ਜਿਹੜਾ ਉਹ ਨਿਭਾਇਆ। ਔਰ ਬੜੀ ਵਾਰੀ ਉਹਨਾਂ ਨੂੰ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਡਾਂਟਦੇ ਦੇਖਿਆ ਕਿ ਸੀਐਮ ਸਾਹਿਬ ਚੇਅਰ ਨੂੰ ਮੁਖਾਤਬ ਹੋਵੋ। ਬੜੀ ਇੱਕ ਇਸ ਤਰ੍ਹਾਂ ਦੀ, ਦੇਖੋ ਅਰੋੜਾ ਸਾਹਿਬ, ਡੈਮੋਕ੍ਰੇਸੀ ਦਾ ਜਿਹੜਾ ਸੁਹਾਵਣਾ ਪੱਖ ਹੈ ਜੀ, ਕਿ ਜੇ ਸੱਤਾ ਤੇ ਦੀ ਪਾਰਟੀ ਦੇ ਜਿਹੜੇ ਬੰਦੇ ਆ, ਜੇ ਲੋਕਾਂ ਦੀਆਂ ਤਕਲੀਫਾਂ ਆਪਦੀ ਸਰਕਾਰ ਦੇ ਵਿੱਚ ਵੀ ਉਹ ਸੀਐਮ ਨੂੰ ਕਹਿ ਸਕਦੇ ਆ, ਇਹ ਆਮ ਆਦਮੀ ਪਾਰਟੀ ਕਰ ਸਕਦੀ ਹੈ ਜਿਹੜੀ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਜਵਾਬਦੇਹ ਬਣਾਉਂਦੀ ਹੈ। ਇਹ ਉਸ ਦਾ ਇੱਕ ਹਿੱਸਾ ਹੈ। ਸਪੀਕਰ ਸਾਹਿਬ ਬੜੇ ਨਿਰਪੱਖ ਨੇ, ਉਹ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਜੇ ਮੁੱਖ ਮੰਤਰੀ ਵੀ ਉਹਨਾਂ ਨੂੰ ਕਹਿਣਾ ਪਿਆ ਤਾਂ ਕਹਿ ਦਿੰਦੇ ਆ ਕਿ ਮੈਨੂੰ ਜਵਾਬ ਦਿਓ। ਜੋ ਬੜੇ ਸਾਲਾਂ ਬਾਅਦ ਆਕਾਸ਼ਵਾਣੀ ਵੱਲੋਂ ਵੀ ਵਿਧਾਨ ਸਭਾ ਦੀ ਕਾਰਵਾਈ ਦੇ ਉੱਤੇ ਰਿਪੋਰਟਾਂ ਜਿਹੜੀਆਂ ਪੇਸ਼ ਕੀਤੀਆਂ ਗਈਆਂ, ਕਿਉਂਕਿ ਇਸ ਤੋਂ ਪਹਿਲਾਂ ਅੰਦਰ ਕੀ ਹੋ ਰਿਹਾ ਉਹਦੇ ਸਾਨੂੰ ਕੁਝ ਤਾਂ ਉਹਦੀਆਂ ਝਲਕੀਆਂ ਸਾਨੂੰ ਮਿਲ ਜਾਂਦੀਆਂ ਸੀਗੀਆਂ, ਪਰ ਸਾਰਾ ਜਿਹੜਾ ਵੇਰਵਾ ਹੈ ਉਹ ਨਹੀਂ ਸੀ ਮਿਲਦਾਗਾ। ਸੋ ਸੋਸ਼ਲ ਮੀਡੀਆ ਤੇ ਕਿੰਨੇ ਵਿਊਜ਼ ਹੋ ਚੁੱਕੇ ਹੋਣਗੇ, ਕਿੰਨੇ ਲੋਕਾਂ ਨੇ ਇੱਕ ਦਿਲਚਸਪ ਜਿਹੜੀ ਇੱਕ ਸਹੀ ਲੋਕਤੰਤਰ ਦੀ ਤਸਵੀਰ ਹੈ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਜ਼ਰੂਰ ਦੇਖੀ ਹੋਣੀ ਹੈ। ਔਰ ਤੁਸੀਂ ਵੀ ਖੁਦ ਕਹਿ ਰਹੇ ਹੋ ਕਿ ਤੁਸੀਂ ਖੁਦ ਰੂਲਿੰਗ ਪਾਰਟੀ ਦੇ ਮੈਂਬਰ ਹੋ ਕੇ ਕਈ ਮੁੱਦਿਆਂ ਨੂੰ ਉੱਥੇ ਚੱਕਣ ਜਾ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਵੀ, ਔਰ ਤੁਸੀਂ ਹੁਣ ਵੀ ਉੱਥੇ ਚੱਕੇ ਇਹ ਮੁੱਦੇ। ਸੋ ਮੈਂ ਇਸ ਗੱਲ ਦੇ ਲਈ ਕਮ ਸੇ ਕਮ ਤੁਹਾਨੂੰ, ਸਰਕਾਰ ਨੂੰ ਔਰ ਮਾਨਯੋਗ ਸਪੀਕਰ ਸਾਹਿਬ ਨੂੰ ਵਧਾਈ ਦਿੰਦਾ। ਔਰ ਆਉਣ ਵਾਲੇ ਸਮੇਂ 'ਚ ਅਸੀਂ ਸਾਡੇ ਮਾਨਯੋਗ ਸਪੀਕਰ ਸਾਹਿਬ ਨੂੰ ਵੀ ਸੱਦਾ ਦੇਵਾਂਗੇ ਔਰ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਵੀ ਲੋਕਾਂ ਨੂੰ ਅਸੀਂ ਜਾਣੂ ਕਰਵਾਵਾਂਗੇ। ਸੋ ਇੱਕ ਸਰੋਤਾ ਇਸ ਵੇਲੇ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜਿਆ, ਆਓ ਜਾਣੀਏ ਕੀ ਹੈ ਉਹਨਾਂ ਦਾ ਸਵਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਗੁਰਵਿੰਦਰ ਸਿੰਘ ਬੋਲਦਾ ਜੀ, ਮਾਡਲ ਟਾਊਨ ਬਠਿੰਡਾ। ਜੀ ਗੁਰਵਿੰਦਰ ਜੀ। ਸਰ ਬੇਨਤੀ ਇਹ ਸੀ, ਇੱਕ ਪਿਛਲੇ ਦਿਨਾਂ ਦੇ ਵਿੱਚ ਨਾ ਜਿਹੜੇ ਸਾਡੇ ਇਹ ਮਾਡਲ ਟਾਊਨ 'ਚ ਜ਼ਿਆਦਾ ਹੈ, ਲੋਕਾਂ ਨੇ ਨਜਾਇਜ਼ ਕਬਜ਼ੇ ਕਰਕੇ ਪਾਸੇ ਸੜਕਾਂ ਦੇ ਉੱਤੇ ਗ੍ਰਿਲਾਂ ਲਾਈਆਂ ਹੋਈਆਂ। ਜੀ ਜੀ ਜੀ।
ਉਹਦੇ ਬਾਰੇ ਕਾਰਵਾਈ ਹੋਣੀ ਸੀ ਕੁਛ, ਤੇ ਉਹ 1-2 ਥਾਵਾਂ ਤੇ ਮੇਰੇ ਖਿਆਲ 'ਚ ਕੋਈ ਧਰਨੇ ਲੱਗੇ ਤੇ ਉਹ ਵਿੱਚ ਹੀ ਠੱਪ ਹੋ ਗਿਆ ਕੰਮ। ਉਹਦੀ ਕੀ ਪ੍ਰੋਗਰੈਸ ਹੈ, ਹੋਊਗਾ ਜਾਂ ਨਹੀਂ ਹੋਊਗਾ, ਇਹਦੇ ਬਾਰੇ ਇਹ ਸਵਾਲ ਵੀ ਨਗਰ ਨਿਗਮ ਦਾ ਹੈ, ਪਰ ਗਿੱਲ ਸਾਹਿਬ ਐਕਸ ਅਫੀਸ਼ੀਓ ਮੈਂਬਰ ਹੈ ਨਗਰ ਨਿਗਮ ਦੇ, ਤੋਂ ਇਸ ਕਰਕੇ ਅਸੀਂ ਬੇਨਤੀ ਤਾਂ ਕਰਦੇ ਹਾਂ ਜੀ ਵੀ ਗਿੱਲ ਸਾਹਿਬ ਕਰਵਾ ਸਕਦੇ ਆ, ਬਾਕੀ ਤਾਂ ਫਿਰ ਨਗਰ ਨਿਗਮ ਤਾਂ ਪਹਿਲਾਂ ਵੀ ਬਹੁਤ ਦੇਖੋ ਇੱਧਰ ਤੁਹਾਡੇ ਨਾ ਜੀ ਮਾਡਲ ਟਾਊਨ ਵਾਲੇ ਗੁਰਵਿੰਦਰ ਜੀ, ਤੁਸੀਂ ਸਾਰੇ ਸਰਦੇ ਪੁੱਜਦੇ ਲੋਕ ਹੋ, ਉੱਤੋਂ ਤੱਕ ਤੁਹਾਡੇ ਲਿੰਕ ਹੈ, ਤੇ ਜੇ ਮਾੜਾ ਜਿਹਾ ਕੋਈ ਕੰਮ ਹੁੰਦਾ ਤੇ ਫੋਨ ਖੜਕ ਜਾਂਦੇ ਆ। ਜੇ ਲਿੰਕ ਹੁੰਦੇ ਤਾਂ ਮੈਂ ਆਪ ਹੀ ਬਣਾ ਲੈਂਦਾ ਜੀ ਫਿਰ ਤਾਂ। ਜੀ ਗਿੱਲ ਸਾਹਿਬ, ਚਲੋ ਗੁਰਵਿੰਦਰ ਜੀ ਇਸ ਦੇ ਉੱਤੇ ਆਪਾਂ ਵਰਕਆਊਟ ਕਰਾਂਗੇ ਕਿ ਉਹ ਕੀ ਹੋ ਰਿਹਾ, ਉਹ ਕਿਉਂਕਿ ਕੰਮ ਜਿਹੜਾ ਹੈਗਾ ਕਾਰਪੋਰੇਸ਼ਨ ਦਾ ਜਾਂ ਪੁੜਾ ਦਾ, ਉਸ ਤੇ ਵੇਖਾਂਗੇ ਕੀ ਹੋ ਰਿਹਾ। ਜੀ ਗੁਰਵਿੰਦਰ ਜੀ। ਹਾਂਜੀ ਹੋਰ ਕੋਈ ਗੱਲ? ਬਸ ਇਹੀ ਬੇਨਤੀ ਸੀਗੀ ਜੀ ਵੀ ਕਾਰਪੋਰੇਸ਼ਨ ਦਾ ਕੰਮ ਤਾਂ ਹੈ ਜੀ, ਪਰ ਉਹ ਕੰਮ ਕਰ ਨਹੀਂ ਰਹੇ, ਉਹਨਾਂ ਤੋਂ ਕੰਮ ਕਰਾਉਣ ਹੀ ਲਾਉਣਾ ਜੀ ਉਹਨਾਂ ਨੂੰ, ਆਪਾਂ ਨੂੰ ਇਹੀ ਬੇਨਤੀ ਹੈ ਗਿੱਲ ਸਾਹਿਬ। ਨਜਾਇਜ਼ ਕਬਜ਼ੇ ਤਾਂ ਜੀ ਅੱਗੋਂ 5-5 6-6 ਫੁੱਟ ਹੈ ਜਿਹੜੇ ਗਾਂ ਪਲਾਂਟੇਸ਼ਨ ਲੋਹੇ ਦੀਆਂ ਗ੍ਰਿਲਾਂ ਲੱਗੀਆਂ ਹੋਈਆਂ, ਤੇ ਜੇ ਕਿਤੇ ਮਾਤੜ ਕੋਈ ਉਧਰ ਕਿਤੇ 2 ਮਿੰਟ ਵੜ ਜਾਏ ਕਿਤੇ ਬੈਠਣ ਲਈ ਤਾਂ ਲੜਾਈ ਨੂੰ ਥਾਂ ਹੋ ਜਾਂਦੀ ਹੈ, ਹਾਲਾਂਕਿ ਥਾਂ ਤਾਂ ਉਹ ਸਰਕਾਰੀ ਹੈ, ਕਾਰਪੋਰੇਸ਼ਨ ਦੀ ਹੈ। ਜੀ ਗਿੱਲ ਸਾਹਿਬ ਨੇ ਵਾਅਦਾ ਕੀਤਾ ਜੀ ਆਉਣ ਵਾਲੇ ਸਮੇਂ 'ਚ, ਔਰ ਮੈਂ ਗੁਰਵਿੰਦਰ ਜੀ ਇੱਕ ਗੱਲ ਤੁਹਾਨੂੰ ਦੱਸ ਦਿਆਂ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤੇ ਗਿੱਲ ਸਾਹਿਬ ਕਈ ਵਾਅਦੇ ਕਰ ਰਹੇ ਆ, ਇਸ ਤੋਂ ਬਾਅਦ ਵੀ ਗਿੱਲ ਸਾਹਿਬ ਸਟੂਡੀਓ 'ਚ ਆਉਣਗੇ ਤੇ ਅਸੀਂ ਇਹਨਾਂ ਵਾਅਦਿਆਂ ਦਾ ਹਿਸਾਬ ਕਿਤਾਬ ਵੀ ਇਹਨਾਂ ਤੋਂ ਲਵਾਂਗੇ। ਠੀਕ ਹੈ ਜੀ, ਬਹੁਤ ਜੀ ਸ਼ੁਕਰੀਆ ਜੀ ਕਾਲ ਕਰਨ ਲਈ। ਸੋ ਇੱਕ ਲੋਕਤੰਤਰ ਦੇ ਵਿੱਚ ਖੁੱਲੀ ਗੱਲਬਾਤ ਹੋਣੀ ਚਾਹੀਦੀ ਹੈ। ਜੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਐਮਐਲਏ ਸਵਾਲ ਪੁੱਛ ਸਕਦਾ ਹੈ, ਵਾਕਆਊਟ ਦੀ ਗੱਲ ਕਰ ਸਕਦਾ ਹੈ, ਔਰ ਕਈ ਬੜੇ ਅਨਕੰਫਰਟੇਬਲ ਸਵਾਲ ਸੀਗੇ ਜਿਹੜੇ ਐਮਐਲਏ ਸਾਹਿਬਾਨ ਰੂਲਿੰਗ ਪਾਰਟੀ ਨੇ ਪੁੱਛੇ, ਮਤਲਬ ਆਪੋਜੀਸ਼ਨ ਤਾਂ ਹਮੇਸ਼ਾ ਹੀ ਪੁੱਛਦੀ ਹੈ, ਔਰ ਸਪੀਕਰ ਸਾਹਿਬ ਨੇ ਜਿੰਨਾ ਸਮਾਂ ਇਸ ਵਾਰ ਵਿਧਾਨ ਸਭਾ ਦੀ ਮੈਂ ਕਾਰਵਾਈ ਕਾਫੀ ਦੇਖੀ ਹੈ, ਬੜੀ ਦਿਲਚਸਪ ਰਹੀ ਹੈ, ਬੜੀ ਉਸਾਰੂ ਗੱਲਾਂ ਹੋਈਆਂ। ਮੈਂ ਸਾਡੀ ਆਪੋਜੀਸ਼ਨ ਨੂੰ ਵੀ ਵਧਾਈ ਦਿੰਦਾ ਕਿ ਬੜੇ ਐਸੇ ਵਿਸ਼ੇ ਸੀ ਜਿਹੜੇ ਕਈ ਸਾਲਾਂ ਤੋਂ ਇਸ ਮੰਚ ਤੋਂ ਡਿਸਕਸ ਨਹੀਂ ਸੀ ਹੋ ਰਹੇਗੇ, ਜਿਹਦਾ ਚਰਚਾ ਨਹੀਂ ਸੀ ਹੋ ਰਿਹਾ। ਇਸ ਤੋਂ ਪਹਿਲਾਂ ਕੋਵਿਡ ਦਾ ਵੀ ਰੌਲਾ ਰਿਹਾ ਤੇ ਹੁਣ ਉਹ ਰੌਲਾ ਜਿਹੜਾ ਫਿਲਹਾਲ ਟਲਿਆ ਹੋਇਆ, ਹਾਲਾਂਕਿ ਕੇਸ ਪਿਛਲੇ ਦਿਨਾਂ 'ਚ ਵੱਧਦੇ ਹੋਏ ਸਾਨੂੰ ਦਿਖਾਈ ਦੇ ਰਿਹਾ। ਸਮਾਂ ਬੜਾ ਸੀਮਿਤ ਹੈ ਗਿੱਲ ਸਾਹਿਬ, ਜੇ ਮੈਂ 3-4 ਗੱਲਾਂ ਤਾਂ ਤੁਹਾਡੀਆਂ ਹੋ ਗਈਆਂ, ਜਿਹੜੀਆਂ ਹੋਰ ਜੇ ਅਸੀਂ ਇਹ ਦੇਖੀਏ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਕੋਈ ਵਿਕਾਸ ਕਾਰਜ ਜਿਹੜੇ ਕੋਈ ਅਧੂਰੇ ਰਹਿ ਗਏ ਸੀ, ਉਹਨਾਂ ਨੂੰ ਮੁਕੰਮਲ ਕਰਨ ਦਾ ਕੋਈ ਵਾਅਦਾ, ਕੋਈ ਸਕੀਮ ਯੋਜਨਾ ਹੈ ਤਾਂ ਮੈਂ ਚਾਹੂੰਗਾ ਕਿ ਸੰਖੇਪ ਦੇ ਵਿੱਚ ਸਾਡੇ ਸਰੋਤਿਆਂ ਨੂੰ। ਦੇਖੋ ਮੈਂ ਚੋਣ ਤੋਂ ਪਹਿਲਾਂ 4-5 ਵਾਅਦੇ ਮੈਂ ਕੋਈ ਵਾਅਦਾ ਨਹੀਂ ਕੀਤਾ ਸੀ, ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਰੂੰਗਾ ਜੀ, ਭਾਵੇਂ ਉਹ ਅਵਾਰਾ ਪਸ਼ੂਆਂ ਦਾ ਮੁੱਦਾ ਸੀ, ਮੈਂ ਉਸ ਤੇ ਵਰਕਆਊਟ ਕਰ ਰਿਹਾ, ਔਰ ਉਸ ਦੀ ਇੱਕ ਪ੍ਰਪੋਜ਼ਲ ਵੀ ਮੇਰੇ ਜਿਹਨ 'ਚ ਮੈਂ ਐਤਕੀ ਵਿਧਾਨ ਸਭਾ 'ਚ ਸੁਣਨਾ ਚਾਹੁੰਦਾ ਸੀ, ਸਮਾਂ ਨਹੀਂ ਮਿਲਿਆ, ਕਿ ਸਾਡੇ ਨਹਿਰਾਂ ਦੇ ਨਾਲ, ਨਹਿਰਾਂ ਦਾ ਜਾਲ ਹੈ ਪੰਜਾਬ 'ਚ, ਦਰਖਤ ਜਿਹੜੇ ਆ 100-100 ਸਾਲ ਦੇ ਇੱਥੇ ਖੜੇ ਆ, ਅਗਰ 1 ਕਿਲੋਮੀਟਰ ਦੇ ਵਿੱਚ ਓਪਨ ਗਊਸ਼ਾਲਾ ਬਣਾ ਲਈਆਂ ਜਾਣ ਔਰ ਉਹਨਾਂ ਨੂੰ ਕਵਰ ਕਰ ਦਿੱਤਾ ਜਾਵੇ, ਇੱਕ ਤਾਂ ਉਹ ਪਸ਼ੂ ਬਾਹਰ ਨਹੀਂ ਆਉਣਗੇ, ਬੁਲਡ ਜਿਹੜੇ ਆ ਪਾਸੇ ਕਰ ਦਿੱਤੇ ਜਾਣ, ਉਹਨਾਂ ਦੀ ਰੀਪਰੋਡਕਸ਼ਨ ਨਹੀਂ ਹੋਏਗੀ। ਇਸ ਤਰ੍ਹਾਂ ਦੀ ਪ੍ਰਪੋਜ਼ਲ ਮੈਂ ਸਰਕਾਰ ਦੇ ਧਿਆਨ 'ਚ ਲਿਖ ਕੇ ਭੇਜਣ ਜਾ ਰਿਹਾ। ਇਕੱਲੀ ਬਠਿੰਡੇ ਦੀ ਨਹੀਂ, ਮੇਰੀਆਂ ਜਿਹੜੀਆਂ ਪ੍ਰਪੋਜ਼ਲ ਹੈ ਉਹ ਸਾਰੇ ਪੰਜਾਬ ਨੂੰ ਅਫੈਕਟ ਕਰਨ ਵਾਲੀਆਂ ਨੇ। ਜਾਂ ਜਿਹੜਾ TS1 ਦਾ ਮੈਂ ਤੁਹਾਨੂੰ ਗੱਲ ਕੀਤੀ, ਸਾਰੇ ਪੰਜਾਬ ਦੀ ਪ੍ਰਪੋਜ਼ਲ ਹੈ। ਬਠਿੰਡੇ ਦੇ ਅਗਰ ਤੁਸੀਂ ਕਿਸੇ ਵਪਾਰੀ ਦੁਕਾਨਦਾਰ ਨੂੰ ਜਾ ਕੇ ਛੇੜੋ, ਜਿਹੜਾ ਪੁਰਾਣਾ ਇੱਥੇ ਬੈਠਾ ਹੈ, ਕਿਉਂਕਿ ਰਾਜਾ ਮਹਾਰਾਜਾ ਵੇਲੇ ਪਟੇ ਦਿੱਤੇ ਸੀ 5-5 ਰੁਪਏ ਦੇ, ਕਈਆਂ ਨੂੰ 10-10 ਪੀੜ੍ਹੀਆਂ ਹੋ ਗਈਆਂ, ਪਤਾ ਹੀ ਨਹੀਂ ਸਾਡੇ ਕੋਲੇ ਰਿਕਾਰਡ ਕੀ ਹੈ। ਉਹ ਰਿਕਾਰਡ ਮੇਨਟੇਨ ਕੀਤਾ ਜਾਂਦਾ ਸੀ ਤਾਂ ਕਿ ਕੱਲ ਨੂੰ ਸਮੱਸਿਆ ਨਾ ਹੋਏ। ਇਹਦੇ ਤੇ ਮੈਂ ਕਰ ਰਿਹਾ। ਸੈਰਗਾਹ ਦੀ ਗੱਲ ਹੋਈ ਹੈ, 3 ਪੁਲਾਂ ਦੀ ਗੱਲ ਹੋਈ ਹੈ, ਜਿੱਥੋਂ ਤੱਕ ਸਵਾਲ ਅਗਲੀ ਡਿਵੈਲਪਮੈਂਟ ਦਾ ਹੈ, ਬੱਸ ਸਟੈਂਡ ਦੀ ਗੱਲ ਹੋਈ ਹੈ। ਇਹ ਸਾਰੀਆਂ ਚੀਜ਼ਾਂ ਏਡੇ ਵੱਡੇ ਪ੍ਰੋਜੈਕਟ ਨੇ ਜਿਹੜੇ ਪਿਛਲੇ 30 ਸਾਲ ਤੋਂ ਲੰਮਕੀ ਜਾਂਦੇ ਆ, ਔਰ ਤੁਸੀਂ ਇਹਨਾਂ ਨੂੰ ਹੋਂਦ 'ਚ ਦੇਖੋਗੇ ਬੜੀ ਜਲਦੀ। ਮੈਂ ਕੋਈ ਲਾਸਟ 5 ਸਾਲ ਕੰਮ ਨਹੀਂ ਕਰਨ ਵਾਲਾ, ਮੈਂ ਡੇ 1 ਤੇ ਕੰਮ ਸ਼ੁਰੂ ਕੀਤਾ, ਜਿਹੜਾ ਤੁਸੀਂ ਪ੍ਰੈਕਟੀਕਲੀ ਹੋਂਦ 'ਚ ਆਉਂਦਾ ਦੇਖ ਲਓਗੇ ਜੀ। ਚਲੋ, ਸਾਨੂੰ ਤੁਹਾਡੇ ਤੇ ਵਿਸ਼ਵਾਸ ਹੈ ਕਿਉਂਕਿ ਬਹੁਤ ਪੁਰਾਣੇ ਤੁਸੀਂ ਰਾਜਨੀਤੀ ਦੇ ਨਾਲ ਜੁੜੇ ਹੋਏ ਵਿਅਕਤੀ ਹੋ, ਔਰ ਬਿਲਕੁਲ ਥੱਲਿਓਂ ਗ੍ਰਾਸ ਰੂਟ ਲੈਵਲ ਤੇ ਤੁਸੀਂ ਜੁੜੇ ਹੋ। ਗ੍ਰਾਸ ਰੂਟ ਲੈਵਲ ਤੋਂ ਹੀ ਤੁਸੀਂ ਜਿਹੜਾ ਇਹ ਰਾਜਨੀਤੀ ਹੈ, ਸਮਾਜ ਸੇਵਾ ਦਾ ਕੰਮ ਹੈ ਜਿਹੜਾ ਉਹ ਆਰੰਭਿਆ, ਔਰ ਉਮੀਦਾਂ, ਨਾਰਾਜ਼ਗੀ ਵੀ ਉੱਥੇ ਹੁੰਦੀ ਹੈ ਜੀ ਜਿੱਥੇ ਉਮੀਦਾਂ ਹੁੰਦੀਆਂ। ਕੁਝ ਲੋਕਾਂ ਨੂੰ ਨਾਰਾਜ਼ਗੀ ਵੀ ਹੈ, ਕੁਝ ਲੋਕਾਂ ਦੀਆਂ ਉਮੀਦਾਂ ਕਾਇਮ ਵੀ ਹੈ, ਔਰ ਆਉਣ ਵਾਲੇ ਸਮੇਂ 'ਚ ਬਣਦੇ ਨਤੀਜਿਆਂ ਦੀ ਵੀ ਸਾਨੂੰ ਉਡੀਕ ਹੈ, ਉਮੀਦ ਹੈ। ਸੋ ਇਹਨਾਂ ਉਮੀਦਾਂ ਤੇ ਉਡੀਕਾਂ ਦੇ ਨਾਲ ਹੀ ਸਰਦਾਰ ਜਗਰੂਪ ਸਿੰਘ ਗਿੱਲ ਜੀ ਬਹੁਤ ਰੁਝੇਵਿਆਂ ਦੇ ਵਿੱਚੋਂ ਤੁਸੀਂ ਸਮਾਂ ਕੱਢ ਕੇ ਆਏ, ਔਰ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਬਹੁਤ ਦੇਰ ਰਾਤ ਨੂੰ ਤੁਸੀਂ ਚੰਡੀਗੜ੍ਹ ਤੋਂ ਪਹੁੰਚੇ ਸੀ, ਔਰ ਮੇਰੀ ਜਾਣਕਾਰੀ ਮੁਤਾਬਕ ਤੁਸੀਂ ਅੱਜ ਇੱਥੇ ਪਹੁੰਚਣਾ ਸੀਗਾ, ਰਾਤ ਤੁਸੀਂ ਚੰਡੀਗੜ੍ਹ ਗੁਜ਼ਾਰਨੀ ਸੀਗੀ, ਪਰ ਸਿਰਫ ਇਸ ਗੱਲ ਕਰਕੇ ਕਿ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਦੇ ਰੂਬਰੂ ਹੋਵੋ, ਤੁਸੀਂ ਦੇਰ ਰਾਤ ਨੂੰ ਇੱਥੇ ਆਉਣ ਦੇ ਬਾਵਜੂਦ ਵੀ ਸਵੇਰੇ ਜਿੰਨੇ ਵਜੇ ਤੁਹਾਨੂੰ ਸਟੂਡੀਓ 'ਚ ਪਹੁੰਚਣ ਲਈ ਕਿਹਾ ਗਿਆ ਸੀ, ਤੁਸੀਂ ਉਸ ਤੋਂ ਵੀ ਲਗਭਗ ਅੱਧਾ ਘੰਟਾ ਪਹਿਲਾਂ ਪਹੁੰਚ ਗਏ ਸੀਗੇ। ਸੋ ਤੁਹਾਡਾ
ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਤੋ ਸਰੋਤਿਓ, ਅਖੀਰ ਦੇ ਵਿੱਚ ਸੁਣਾਂਗੇ ਕੁਝ ਸੰਦੇਸ਼ ਔਰ ਇਸ ਦੇ ਨਾਲ ਹੀ ਮੈਂ ਰਾਜੀਵ ਅਰੋੜਾ ਪ੍ਰੋਗਰਾਮ ਸੱਜਰੀ ਸਵੇਰ ਦਾ ਅੱਜ ਦਾ ਇਹ ਵਿਸ਼ੇਸ਼ ਅੰਕ ਸਮਾਪਤ ਕਰਨ ਦੀ ਸਰੋਤਿਆਂ ਤੋਂ ਲਵਾਂਗਾ ਆਗਿਆ। ਬਹੁਤ ਬਹੁਤ ਧੰਨਵਾਦ।